ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਚੋ। ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ 10ਵੀਂ ਕਲਾਸ ਦੇ 2 ਈਅਰ ਪੈਟਰਨ ਬਾਰੇ ਜਾਣਕਾਰੀ ਦਵਾਂਗੀ, ਜਿਸ ਦਾ ਨਾਂ ਹੈ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਇਨਫੈਕਸ਼ਨ ਇਨ ਹੋਮ ਸੈਟਿੰਗ। ਕਿਵੇਂ ਆਪਾਂ ਕਿਸੇ ਵੀ ਇਨਫੈਕਸ਼ਨ ਨੂੰ ਪ੍ਰੀਵੈਂਟ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ ਇਨ ਹੋਮ ਸੈਟਿੰਗ। ਸੋ ਸਾਰੇ ਬੱਚਿਆਂ ਨੇ ਤੁਸੀਂ ਇਹ ਵੀਡੀਓ ਬੜੇ ਧਿਆਨ ਨਾਲ ਸੁਣਨੀ ਤੇ ਸਮਝਣੀ ਆ। ਇਸ ਵਿੱਚ ਸਭ ਤੋਂ ਪਹਿਲਾਂ ਹੈਗਾ ਵਾ ਡਿਸਕ੍ਰਾਈਬ ਦ ਡਿਸੀਜ਼ ਕਾਜ਼ਿੰਗ ਮਾਈਕਰੋ ਆਰਗੈਨਿਜ਼ਮ, ਮਤਲਬ ਕਿ ਕਿੰਨਾ ਕਾਰਨਾਂ ਕਰਕੇ ਡਿਜ਼ੀਜ਼ ਹੁੰਦੀ ਆ, ਕਿੰਨਾ ਕਾਰਨਾਂ ਕਰਕੇ ਕੋਈ ਬਿਮਾਰੀ ਪੈਦਾ ਹੁੰਦੀ ਆ। ਹਰ ਇੱਕ ਬਿਮਾਰੀ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ, ਉਹਦੇ ਪਿੱਛੇ ਉਹਦੇ ਬੈਕਟੀਰੀਆਸ, ਕੋਈ ਇਨਫੈਕਸ਼ਨ, ਕੋਈ ਪੈਰਾਸਾਈਟਸ, ਕੋਈ ਫੰਗੀ ਜ਼ਰੂਰ ਹੁੰਦੇ ਨੇ ਜਿਨ੍ਹਾਂ ਕਰਕੇ ਕਿ ਬਿਮਾਰੀ ਕਾਜ਼ ਹੁੰਦੀ ਆ। ਸੋ ਸਭ ਤੋਂ ਪਹਿਲਾਂ ਹੈਗਾ ਵਟ ਆਰ ਮਾਈਕਰੋ ਆਰਗੈਨਿਜ਼ਮਸ, ਮਤਲਬ ਕਿ ਮਾਈਕਰੋ ਆਰਗੈਨਿਜ਼ਮਸ ਕੀ ਹੈਗੇ ਨੇ। ਦ ਆਰਗੈਨਿਜ਼ਮਸ ਦੈਟ ਆਰ ਟੂ ਸਮਾਲ ਦੈਟ ਦੇ ਕੈਨ ਬੀ ਸੀਨ ਵਿਦ ਦ ਹੈਲਪ ਆਫ ਮਾਈਕਰੋਸਕੋਪ ਆਰ ਕਾਲਡ ਮਾਈਕਰੋਬੋਰਸ ਔਰ ਮਾਈਕਰੋ ਆਰਗੈਨਿਜ਼ਮ। ਜਿਹੜੇ ਕਹਿੰਦੇ ਆਰਗੈਨਿਜ਼ਮ ਉਹ ਹੁੰਦੇ ਜਿਹੜੇ ਬਹੁਤ ਜ਼ਿਆਦਾ ਸਮਾਲ ਹੁੰਦੇ ਆ, ਮਤਲਬ ਕਿ ਆਪਾਂ ਆਪਣੀ ਨੰਗੀ ਅੱਖ ਦੇ ਨਾਲ ਉਹਨਾਂ ਨੂੰ ਨਹੀਂ ਸੀ ਕਰ ਸਕਦੇ, ਨਹੀਂ ਦੇਖ ਸਕਦੇ। ਉਹਨਾਂ ਨੂੰ ਦੇਖਣ ਵਾਸਤੇ ਕਿਹਦੀ ਲੋੜ ਪੈਂਦੀ ਆ? ਮਾਈਕਰੋਸਕੋਪ ਦੀ। ਜਿਵੇਂ ਤੁਸੀਂ ਸਾਇੰਸ ਦੇ ਵਿੱਚ ਵੀ ਪੜ੍ਹਿਆ ਹੋਏਗਾ, ਤੁਸੀਂ ਸਾਇੰਸ ਲੈਬ 'ਚ ਯੂਜ਼ ਵੀ ਕਰਦੇ ਹੋ ਮਾਈਕਰੋਸਕੋਪ, ਮਤਲਬ ਕਿ ਪ੍ਰੈਕਟੀਕਲ ਦੇ ਦੌਰਾਨ ਤੁਸੀਂ ਦੇਖਿਆ ਹੋਏਗਾ ਮਾਈਕਰੋਸਕੋਪ, ਕਿ ਉਹਨਾਂ ਨੂੰ ਆਪਾਂ ਇੱਕ ਇੰਸਟਰੂਮੈਂਟ ਹੈਗਾ ਜਿਹਦੇ ਰਾਹੀਂ ਆਪਾਂ ਛੋਟੀ ਤੋਂ ਛੋਟੀ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ। ਇਵੇਂ ਇੱਦਾਂ ਦੇ ਹੀ ਇੱਕ ਹੈਗੇ ਆ ਆਰਗੈਨਿਜ਼ਮਸ ਹੈਗੇ ਆ ਜਿਨ੍ਹਾਂ ਨੂੰ ਆਪਾਂ ਆਮ ਆਪਣੀ ਆਈਸ ਦੀ ਨਾਲ ਨਹੀਂ ਦੇਖ ਸਕਦੇ, ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਉਹਨਾਂ ਨੂੰ ਦੇਖਣ ਵਾਸਤੇ ਮਾਈਕਰੋਸਕੋਪ ਆਪਾਂ ਯੂਜ਼ ਕਰਦੇ ਹਾਂ, ਮਤਲਬ ਕਿ ਇੰਨੇ ਜ਼ਿਆਦਾ ਉਹ ਸਮਾਲ ਹੁੰਦੇ ਨੇ। ਦ ਸਟੱਡੀ ਆਫ ਮਾਈਕਰੋ ਆਰਗੈਨਿਜ਼ਮ ਨੋਨ ਐਜ਼ ਮਾਈਕਰੋਬਾਇਓਲੋਜੀ, ਕਹਿੰਦੇ ਜਿਹੜੀ ਆਪਾਂ ਸਟੱਡੀ ਕਰਦੇ ਹਾਂ ਮਾਈਕਰੋ ਆਰਗੈਨਿਜ਼ਮਸ ਦੀ, ਉਹਨਾਂ ਨੂੰ ਆਪਾਂ ਉਹਨੂੰ ਇੱਕ ਪਰਟੀਕੁਲਰ ਟਰਮ ਦਿੱਤੀ ਹੋਈ ਹੈ ਮਾਈਕਰੋਬਾਇਓਲੋਜੀ। ਅਤੇ ਦ ਸਾਇੰਟਿਸਟ ਹੂ ਸਟੱਡੀ ਦਿਸ ਆਰ ਨੋਨ ਐਜ਼ ਮਾਈਕਰੋਬਾਇਓਲੋਜਿਸਟ। ਜਿਹੜੇ ਪਰਸਨ ਇਹਨੂੰ ਸਟੱਡੀ ਕਰਦੇ ਨੇ, ਜਿਹੜੇ ਸਾਇੰਟਿਸਟ ਸਟੱਡੀ ਕਰਦੇ ਆ ਮਾਈਕਰੋਬਾਇਓਲੋਜੀ ਨੂੰ, ਉਹਨਾਂ ਨੂੰ ਆਪਾਂ ਇੱਕ ਟਰਮ ਦੇ ਦਿੰਦੇ ਹਾਂ ਮਾਈਕਰੋਬਾਇਓਲੋਜਿਸਟ। ਆਈ ਹੋਪ ਸੋ ਕਿ ਤੁਹਾਨੂੰ ਮਾਈਕਰੋ ਆਰਗੈਨਿਜ਼ਮ ਬਾਰੇ ਸਮਝ ਆ ਗਈ ਹੋਏਗੀ ਕਿ ਇੱਕ ਮਤਲਬ ਕਿ ਬਹੁਤ ਛੋਟੇ ਜੀਵਾਣੂ ਜਾਂ ਕੀਟਾਣੂ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਸੋ ਬੱਚੇ ਇਹ ਅੱਗੇ ਨੈਕਸਟ ਦਿੱਤਾ ਵੇਅਰ ਆਰ ਦੇ ਫਾਊਂਡ, ਕਿੱਥੇ ਕਿੱਥੇ ਮਿਲਦੇ ਆ। ਮੋਸਟ ਮਾਈਕਰੋ ਆਰਗੈਨਿਜ਼ਮ ਆਰ ਹਰਡੀ ਐਂਡ ਕੈਨ ਬੀ ਫਾਊਂਡ ਇਨ ਐਨੀ ਐਨਵਾਇਰਮੈਂਟ, ਕਹਿੰਦੇ ਕਿਸੇ ਵੀ ਹਿੱਸੇ ਦੇ ਵਿੱਚ ਪਾਏ ਜਾਂਦੇ ਆ, ਕਿਤੇ ਵੀ। ਜਿਹੜੇ ਮੋਸਟਲੀ ਜਿਹੜੇ ਮਾਈਕਰੋ ਆਰਗੈਨਿਜ਼ਮ ਉਹ ਹਰਡ ਹੁੰਦੇ ਆ, ਮਤਲਬ ਕਿਤੇ ਵੀ ਪਾਏ ਜਾ ਸਕਦੇ ਆ। ਮਿੱਟੀ, ਪਾਣੀ, ਰੇਤ, ਪੱਥਰ, ਪੌਦੇ, ਜਾਨਵਰ, ਮਨੁੱਖੀ ਸਰੀਰ, ਈਵਨ ਕਿ ਸਾਡੇ ਆਪਾਂ ਕਹਿੰਦੇ ਵੀ ਆ ਕਿ ਅਸੀਂ ਕਿਸੇ ਵੇਲੇ ਵੀ ਹੈਂਡ ਵਾਸ਼ ਕਰ ਲੈਂਦੇ, ਅਸੀਂ ਅੱਛੀ ਤਰ੍ਹਾਂ ਆਪਾਂ ਆਪਣੇ ਬਾਰ ਹੈਂਡ ਵਾਸ਼ ਕਰਦੇ ਨੇ। ਵੈਸੇ ਵੀ ਹੁਣ ਕਰੋਨਾ ਦੇ ਡੇਜ਼ ਚੱਲਦੇ ਪਏ ਨੇ ਅਤੇ ਹੁਣ ਇੰਸਟਰਕਸ਼ਨਸ ਹੈਗੀਆਂ ਨੇ ਕਿ ਬਾਰ ਆਪਣੇ ਹੈਂਡ ਵਾਸ਼ ਕਰੋ। ਅਤੇ ਕੁਛ ਜਿਹੜੇ ਹੈਗੇ ਨੇ ਮਤਲਬ ਕਿ ਮਾਈਕਰੋ ਆਰਗੈਨਿਜ਼ਮ ਜਾਂ ਜੀਵਾਣੂ, ਕੀਟਾਣੂ ਸਾਡੇ ਹੱਥਾਂ 'ਤੇ ਫਿਰ ਵੀ ਸਟਿਲ ਪ੍ਰੈਜੈਂਟ ਰਹਿੰਦੇ ਨੇ। ਸੋ ਦੇ ਆਰ ਹਰਡੀ ਬਿਕੋਜ਼ ਦੇ ਫੋਰਮ ਏ ਹਾਰਡ ਆਊਟਰ ਕਵਰਿੰਗ ਨੋਨ ਐਜ਼ ਸਿਸਟ। ਦੇ ਡੂ ਦਿਸ ਵੈਨ ਦ ਕੰਡੀਸ਼ਨ ਆਰ ਨਾਟ ਫੇਵਰੇਬਲ, ਕਿਉਂਕਿ ਇਹ ਹਾਰਡ ਹੁੰਦੇ ਨੇ ਅਤੇ ਇਹਨਾਂ ਦੀ ਜਿਹੜੀ ਆਊਟਰ ਕਵਰਿੰਗ ਹੁੰਦੀ ਆ ਉਹ ਕਾਫੀ ਹਾਰਡ ਹੁੰਦੀ ਆ, ਤਾਂ ਉਹਨੂੰ ਆਪਾਂ ਸਿਸਟ ਬੋਲ ਦਿੰਦੇ ਹੈਗੇ ਆ। ਠੀਕ ਹੈ। ਨੈਕਸਟ ਦੇ ਸਰਵਾਈਵ ਬਾਏ ਰਿਮੇਨਿੰਗ ਇਨਐਕਟਿਵ ਇਨਸਾਈਡ ਦ ਸਿਸਟ ਅੰਟਲ ਦ ਕੰਡੀਸ਼ਨਸ ਆਰ ਫੇਵਰੇਬਲ ਅਗੇਨ, ਅਤੇ ਸਰਵਾਈਵ ਕਰਦੇ ਨੇ, ਇਨਐਕਟਿਵ ਰਹਿੰਦੇ ਨੇ ਜਦੋਂ ਤੱਕ ਇਹਨਾਂ ਦੀਆਂ ਫੇਵਰੇਬਲ ਜਿਹੜੀਆਂ ਕੰਡੀਸ਼ਨਸ ਨਹੀਂ ਹੋ ਜਾਂਦੀਆਂ, ਕਿਉਂਕਿ ਇਹ ਜ਼ਿਆਦਾ ਗਰਮੀ ਦੇ ਵਿੱਚ ਵੀ ਨਹੀਂ ਸਰਵਾਈਵ ਕਰ ਸਕਦੇ ਜਿਹੜੇ ਮਾਈਕਰੋ ਆਰਗੈਨਿਜ਼ਮ ਹੁੰਦੇ ਆ। ਠੀਕ ਆ। ਇਹਨਾਂ ਨੂੰ ਜਿਉਣ ਵਾਸਤੇ ਆਕਸੀਜਨ ਦੀ ਲੋੜ ਹੁੰਦੀ ਆ। ਜਦੋਂ ਇਹਨਾਂ ਦੀਆਂ ਫੇਵਰੇਬਲ ਕੰਡੀਸ਼ਨਸ ਹੋਣਗੀਆਂ ਉਦੋਂ ਇਹ ਜ਼ਿਆਦਾ ਸਰਵਾਈਵ ਕਰਦੇ ਨੇ। ਸੋ ਕਿਤੇ ਵੀ ਮਤਲਬ ਕਿ ਮੇਨ ਇਹਦੇ ਵਿੱਚ ਤੁਸੀਂ ਸੋਚ ਕੇ ਰੱਖਣਾ ਵੀ ਕਿਤੇ ਵੀ ਪਾਏ ਜਾਂਦੇ ਨੇ ਮਾਈਕਰੋ ਆਰਗੈਨਿਜ਼ਮ। ਇਹ ਨਹੀਂ ਵੀ ਇਕੱਲੀ ਮਿੱਟੀ ਦੇ ਵਿੱਚ, ਰੇਤ ਹੋ ਗਏ, ਕੋਈ ਪੱਥਰ ਹੋ ਗਿਆ, ਪਾਣੀ ਹੋ ਗਿਆ, ਕਿਤੇ ਵੀ ਹਰ ਜਗ੍ਹਾ 'ਤੇ ਜੀਵਾਣੂ ਜਿਹੜੇ ਆ ਪਾਏ ਜਾਂਦੇ ਆ। ਸੋ ਨੈਕਸਟ ਹੈਗਾ ਬੱਚੇ ਬੈਕਟੀਰੀਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਬੈਕਟੀਰੀਆ ਕੀ ਹੁੰਦਾ ਵਾ। They are simple, unicellular living things. They grow and multiply very fast. ਇਹਦੇ ਵਿੱਚ ਉਹਨੇ ਕੀ ਕਿਹਾ ਕਿ ਇਹ ਯੂਨੀਸੈਲਰ ਹੁੰਦਾ ਵਾ, ਜੀਵਾਣੂ ਹੁੰਦਾ ਵਾ। ਅਤੇ ਇਹ ਜਿਹੜਾ ਲਿਵਿੰਗ ਥਿੰਗਸ ਮਤਲਬ ਜਿਹੜੀਆਂ ਜਿਉਂਦੀਆਂ ਚੀਜ਼ਾਂ ਹੈਗੀਆਂ ਉਹਨਾਂ ਉੱਤੇ ਰਹਿੰਦਾ ਵਾ। ਅਤੇ ਦੇ ਗਰੋ ਐਂਡ ਮਲਟੀਪਲਾਈ ਵੈਰੀ ਫਾਸਟ, ਮਤਲਬ ਕਿ ਫਟਾਫਟ ਇਹ ਗਰੋ ਕਰਦਾ ਵਾ ਅਤੇ 1 ਤੋਂ 2, 2 ਤੋਂ 4, 4 ਤੋਂ 6 ਫਟ ਵੈਰੀ ਫਾਸਟ ਇਹਦੀ ਮਲਟੀਪਲੀਕੇਸ਼ਨ ਹੁੰਦੀ ਹੈਗੀ ਆ। ਈਚ ਬੈਕਟੀਰੀਅਲ ਸੈੱਲ ਕੈਨ ਐਗਜ਼ਿਟ ਇੰਡੀਪੈਂਡੈਂਟਲੀ ਬਟ ਸਮਟਾਈਮ ਦੇ ਸੀਲਿੰਗ ਟੂਗੈਦਰ ਟੂ ਫੋਰਮ ਏ ਚੇਨ ਔਰ ਗਰੁੱਪ। ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਬੈਕਟੀਰੀਅਲ ਸੈੱਲਸ ਜਿਹੜੇ ਆ ਉਹ ਇੰਡੀਪੈਂਡੈਂਟਲੀ ਐਗਜ਼ਿਟ ਹੋ ਜਾਂਦੇ ਨੇ ਅਤੇ ਉਹਦੇ ਵਿੱਚ ਕਿਸੇ ਟਾਈਮ 'ਤੇ ਇੱਕ ਚੇਨ ਜਾਂ ਗਰੁੱਪ ਬਣਾ ਲੈਂਦੇ ਨੇ। ਠੀਕ ਆ।
ਤੇ ਦੇ ਫਾਊਂਡ ਇਨ 3 ਸ਼ੇਪ ਦੇ ਵਿੱਚ ਇਹ ਮਿਲਦੇ ਨੇ ਇਹਨਾਂ ਦੀਆਂ ਬੈਕਟੀਰੀਆਸ ਜਿਹੜਾ ਹੈਗਾ ਵਾ ਪਰਟੀਕੂਲਰ ਜਿਹੜਾ ਆਪਾਂ ਬੈਕਟੀਰੀਆ ਦੇ ਬਾਰੇ ਗੱਲ ਕਰਦੇ ਪਏ ਆ ਇਹਦੀਆਂ 3 ਸ਼ੇਪ ਹੋਣਗੀਆਂ ਮਤਲਬ ਜੇ ਇਹਨਾਂ 3 ਸ਼ੇਪ ਦੇ ਵਿੱਚ ਤੁਸੀਂ ਮਾਈਕਰੋਸਕੋਪ 'ਚ ਦੇਖੋਗੇ ਤੇ ਇਹ 3 ਸ਼ੇਪ ਜਿਹੜੀਆਂ ਜੇ ਤੁਹਾਨੂੰ ਮਤਲਬ ਕੋਈ ਇੱਕ ਸ਼ੇਪ ਹੀ ਦਿਖਦੀ ਆ ਹਨਾ ਬੈਕਟੀਰੀਆ ਦੀ ਤੇ ਇਹ ਟਵਿਨਸ ਕਿਉਂ ਬੈਕਟੀਰੀਆ ਵਾ। ਸਭ ਤੋਂ ਪਹਿਲਾਂ ਰੋਡ ਸ਼ੇਪ ਕਾਲਡ ਬੈਸੀਲਾਈ ਰੋਡ ਸ਼ੇਪ ਹੁੰਦੀ ਆ ਰੋਡ ਟਾਈਪ। ਸਪੈਰੀਕਲ ਕਾਲਡ ਕੋਕੀ ਸਪੈਰੀਕਲ ਜਿਹੜੀ ਹੁੰਦੀ ਆ ਉਹ ਕੋਕੀ ਹੁੰਦੀ ਆ। ਸਪਿਰਲ ਕਾਲਡ ਮਤਲਬ ਕਿ ਸਪਿਰਲ ਜਿੱਦਾਂ ਸਪਰਿੰਗ ਹੁੰਦੇ ਇੱਦਾਂ ਉਹਨੂੰ ਸਪਿਰਲਾ ਬੋਲਦੇ ਆ। ਇਹ 3 ਟਾਈਪਸ ਇਹਦੀਆਂ ਹੈਗੀਆਂ। ਅਕੋਰਡਿੰਗ ਟੂ ਆਕਸੀਜਨ ਦੇ ਆਰ 2 ਟਾਈਪ ਐਨਾਰੋਬਿਕ ਐਂਡ ਅਰੋਬਿਕ। ਕਹਿੰਦੇ ਅਕੋਰਡਿੰਗ ਟੂ ਆਕਸੀਜਨ ਮਿਲ ਕਿੱਦਾਂ ਇਹ ਜਿਹੜੇ ਹੈਗੇ ਆ ਕਰਦੇ ਆ ਜੀਵਤ ਕਿੱਦਾਂ ਰਹਿੰਦੇ ਹੈਗੇ ਆ ਉਹਦੇ ਹਿਸਾਬ ਨਾਲ ਇਹ 2 ਤਰ੍ਹਾਂ ਦੇ ਹੈਗੇ ਆ ਅਰੋਬਿਕ ਐਂਡ ਐਨਾਰੋਬਿਕ। ਐਨਾਰੋਬਿਕ ਹੁੰਦੇ ਆ ਜਿਹੜੇ ਵਿਦਆਊਟ ਆਕਸੀਜਨ ਤੋਂ ਸਰਵਾਈਵ ਕਰ ਸਕਦੇ ਆ ਜਿਨ੍ਹਾਂ ਨੂੰ ਜਿੱਦਾਂ ਵੇਖੋ ਸਾਨੂੰ ਜਿੰਦਾ ਰਹਿਣ ਵਾਸਤੇ ਆਕਸੀਜਨ ਦੀ ਲੋੜ ਹੈਗੀ ਆ ਨਾ ਬਟ ਸਾਡੇ ਵਿੱਚ ਇਵੇਂ ਦਾ ਕੋਈ ਪਰਸਨ ਨਹੀਂ ਹੈਗਾ ਕੋਈ ਆਦਮੀ ਨਹੀਂ ਹੈਗਾ ਜਿਹਨੂੰ ਬਿਨਾਂ ਆਕਸੀਜਨ ਤੋਂ ਵੀ ਸਰਵਾਈਵ ਕਰ ਸਕੇ। ਬਟ ਬੈਕਟੀਰੀਆ ਦੇ ਵਿੱਚ 2 ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਆ ਐਨਾਰੋਬਿਕ ਤੇ ਅਰੋਬਿਕ। ਐਨਾਰੋਬਿਕ ਜਿਹੜੇ ਸਰਵਾਈਵ ਕਰ ਜਾਂਦੇ ਆ ਬਿਨਾਂ ਆਕਸੀਜਨ ਤੋਂ ਤਾਂ ਹੀ ਉਹ ਪਾਣੀ ਰੇਤ ਬਜਰੀ 'ਚ ਰਹਿ ਪੈਂਦੇ ਆ। ਅਰੋਬਿਕ ਦੇ ਡੂ ਨਾਟ ਸਰਵਾਈਵ ਵਿਦਆਊਟ ਆਕਸੀਜਨ ਤੇ ਅਰੋਬਿਕ ਹੁੰਦੇ ਆ ਜਿਹੜੇ ਬਿਨਾਂ ਆਕਸੀਜਨ ਤੋਂ ਨਹੀਂ ਸਰਵਾਈਵ ਕਰ ਸਕਦੇ। ਸੋ ਇਹੀ ਆਪਾਂ ਬੈਕਟੀਰੀਆ ਬਾਰੇ ਪੜ੍ਹਿਆ। ਨੈਕਸਟ ਹੈਗਾ ਐਲਗੀ ਜਿਹਨੂੰ ਆਪਾਂ ਫੰਗੀ ਬੋਲ ਦਿੰਦੇ ਹਾਂ। ਗ੍ਰੀਨ ਕਲਰ ਦੀ ਆਮ ਆਪਾਂ ਜਿੱਥੇ ਸਾਡਾ ਵੇਸਟ ਪਾਣੀ ਖੜਿਆ ਰਹੇ ਕਾਫੀ ਦਿਨਾਂ ਤੋਂ ਤੇ ਉੱਥੇ ਗ੍ਰੀਨ ਜਿਹੜੇ ਆ ਉਹ ਲੱਗ ਜਾਂਦੇ ਆ ਫੰਗੀ ਲੱਗ ਜਾਂਦੀ ਆ ਜਾਂ ਕਿਵੇਂ ਜਾਂ ਜੇ ਤੁਸੀਂ ਬਹੁਤਾ ਹੀ ਇਹਨੂੰ ਦੇਖਣਾ ਪ੍ਰੈਕਟੀਕਲ ਕਰਕੇ ਤੇ ਕੋਈ ਬ੍ਰੈਡ ਲੈ ਕੇ ਆਓ ਜਦੋਂ ਐਕਸਪਾਇਰੀ ਹੋ ਜਾਏਗਾ ਤੇ ਉਹਨੂੰ ਦੇਖਿਓ ਉਹਦੇ ਉੱਤੇ ਵੀ ਗ੍ਰੀਨ ਜਾਂ ਵਾਈਟ ਕਲਰ ਦੀ ਕਿਸੇ ਟਾਈਮ ਸਮ ਟਾਈਮ ਆਫ ਵਾਈਟ ਜੀ ਜਿਹੜੀ ਆ ਫੰਗੀ ਜਿਹੜੀ ਆ ਐਲਗੀ ਉਹ ਹੋ ਜਾਂਦੀ ਆ। ਦੇ ਆਰ ਸਿੰਪਲ ਪਲਾਂਟ ਲਾਈਕ ਸਟਰਕਚਰ ਦੇ ਹੈਵ ਸੈੱਲ ਵਾਲ ਐਂਡ ਕਲੋਰੋਫਾਈਲ। ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਇਹਦੇ ਜਿਹੜੀ ਸਿੰਪਲ ਸਟਰਕਚਰ ਹੁੰਦੀ ਆ ਅਤੇ ਇਹਦੀ ਇੱਕ ਸੈੱਲ ਵਾਲ ਹੁੰਦੀ ਆ ਅਤੇ ਇਹਨੂੰ ਕਲੋਰੋਫਾਈਲ ਕਹਿੰਦੇ ਆ। ਦੇ ਕੈਨ ਬੀ ਯੂਨੀਸਰਕਲ ਔਰ ਮਲਟੀਸਰਕਲ ਜਾਂ ਇਹਦੇ ਮਤਲਬ ਕਿ ਕਈ ਯੂਨੀਸਰਕਲ ਇੱਕ ਸੈੱਲ ਤੋਂ ਸੈਲੂਲਰ ਮਤਲਬ ਕਿ ਕਈ ਸੈੱਲਾਂ ਤੋਂ ਬਣੀ ਹੁੰਦੀ ਆ। ਦੇ ਕੰਡਕਟ ਫੋਟੋਸਿੰਥੈਸਿਸ ਇਹਦੇ ਵਿੱਚ ਦੇ ਜਿਹੜੇ ਕੰਡਕਟ ਹੁੰਦੀ ਆ ਫੋਟੋਸਿੰਥੈਸਿਸ ਹੁੰਦੀ ਆ। ਆਲਮੋਸਟ ਆਲ ਐਲਗੀ ਲਿਵ ਇਨ ਵਾਟਰ ਅਤੇ ਕਿਤੇ ਜਿੱਦਾਂ ਬੈਕਟੀਰੀਆ ਜਿਹੜੇ ਇਹ ਮਿੱਟੀ ਪਾਣੀ ਰੇਤ ਬਜਰੀ ਕਿਤੇ ਵੀ ਪਾਏ ਜਾਂਦੇ ਸੀ ਸਿਰਫ ਆਲਮੋਸਟ ਜ਼ਿਆਦਾ ਕਿੱਥੇ ਪਾਈ ਜਾਂਦੀ ਆ ਵਾਟਰ ਦੇ ਵਿੱਚ ਹੀ। ਤੁਸੀਂ ਆਮ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦੇ ਦਿੱਤਾ ਵੀ ਜਿੱਥੇ ਵਾਟਰ ਪਾਣੀ ਵੇਸਟ ਖੜਾ ਹੋਇਆ ਹੋਊਗਾ ਅਤੇ ਉੱਥੇ ਗ੍ਰੀਨ ਕਲਰ ਦੀ ਜਿਹੜੀ ਆ ਐਲਗੀ ਉੱਗੀ ਹੋਏਗੀ। ਨੈਕਸਟ ਹੈਗਾ ਫੰਗੀ। ਦੇ ਆਰ ਪਲਾਂਟ ਲਾਈਕ ਔਰਗਨਿਜ਼ਮ ਡੈਟ ਡੂ ਨਾਟ ਕੰਟੇਨ ਕਲੋਰੋਫਿਲ। ਇਹਦੇ ਵਿੱਚ ਇੱਕ ਪਲਾਂਟ ਦੇ ਵਿੱਚ ਜਿਹੜਾ ਔਰਗਨਿਜ਼ਮਸ ਹੁੰਦਾ ਹੈਗਾ ਵਾ ਪੌਦਿਆਂ ਵਾਂਗ ਹੁੰਦੀ ਆ ਅਤੇ ਜਿਹੜੀ ਹੈਗੀ ਆ ਇਹਦੇ ਵਿੱਚ ਕਲੋਰੋਫਿਲ ਜਿਹੜੀ ਨਹੀਂ ਹੁੰਦੀ। ਦੇ ਕੈਨ ਬੀ ਸੈਲੂਲਰ ਔਰ ਮਲਟੀ ਸੈਲੂਲਰ। ਇਹਦੇ ਵਿੱਚ ਵੀ ਇੱਕ ਸੈੱਲ ਜਾਂ ਇੱਕ ਤੋਂ ਜ਼ਿਆਦਾ ਸੈੱਲ ਹੋਣਗੇ। ਦੇ ਕੈਨ ਨਾਟ ਮੇਕ ਦੇਅਰ ਓਨ ਫੂਡ। ਇਹ ਆਪਣਾ ਫੂਡ ਜਿਹੜਾ ਆਪਣੀ ਬਣਾਉਂਦੀ। ਦੇ ਕੈਨ ਆਈਦਰ ਪੈਰਾਸਾਈਟ ਔਰ ਸਪੈਰੋਫਾਈਟਸ। ਇਹਦੇ ਵਿੱਚ ਜਾਂ ਪੈਰਾਸਾਈਟਸ ਹੋਣਗੇ ਜਾਂ ਸਪੈਰੋਫਾਈਟਸ ਜਿਹੜੇ ਆ ਹੁੰਦੇ ਆ। ਦੇ ਥੋ ਦ ਪ੍ਰੈਜੈਂਟ ਐਵਰੀਵੇਅਰ ਦੇ ਗਰੋ ਬੈਸਟ ਇਨ ਡਾਰਕ ਔਰ ਵਾਰਮ ਪਲੇਸ। ਕਹਿੰਦੇ ਕਿਤੇ ਵੀ ਹੋ ਸਕਦੀ ਹੈ ਬਟ ਜ਼ਿਆਦਾ ਇਹਦੀ ਬੈਸਟ ਪਲੇਸ ਹੈਗੀ ਆ ਡਾਰਕ ਹਨੇਰੇ ਵਿੱਚ ਜਾਂ ਵਾਰਮ ਪਲੇਸ ਜਿਹੜੀਆਂ ਥੋੜ੍ਹੀਆਂ ਨਿੱਘੀਆਂ ਪਲੇਸ ਹੋਣਗੀਆਂ ਉੱਥੇ ਜਿਹੜੀ ਆ ਪਾਈ ਜਾਏਗੀ। ਸੋ ਬੱਚੇ ਇਹੀ ਫੰਗੀ ਬਾਰੇ ਆਪਾਂ ਗੱਲ ਕੀਤੀ। ਨੈਕਸਟ ਆ ਜਾਂਦਾ ਸਾਡੇ ਕੋਲ ਵਾਇਰਸ ਕੀ ਹੁੰਦੇ ਆ। ਜਿੱਦਾਂ ਹੁਣ ਵੇਖੋ ਆਪਣਾ ਕਰੋਨਾ ਚੱਲਦਾ ਪਿਆ ਤਾਂ ਉਹਦੇ ਪਿੱਛੇ ਵੀ ਵਾਇਰਸ ਜਿਹੜਾ ਹੈਗਾ ਵਾ ਉਹਨੇ ਕੋਜ਼ ਕੀਤਾ ਹੈਗਾ ਵਾ। ਠੀਕ ਆ ਇਵੇਂ ਹੀ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਜਿਹੜੀਆਂ ਵਾਇਰਸ ਕਰਕੇ ਕੋਜ਼ ਹੁੰਦੀਆਂ ਵਾ। ਦੇ ਡੂ ਨਾਟ ਹੈਵ ਸੈਲੂਲਰ ਸਟਰਕਚਰ ਲਾਈਕ ਅਦਰ ਮਾਈਕਰੋ ਔਰਗਨਿਜ਼ਮਸ। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਕਿ ਇਹਦੀ ਕੋਈ ਆਪਣੀ ਜਿਹੜੀ ਹੈਗੀ ਆ ਸੈਲੂਲਰ ਸਟਰਕਚਰ ਨਹੀਂ ਹੈਗੀ ਉਹ ਦੂਸਰੇ ਮਾਈਕਰੋ ਔਰਗਨਿਜ਼ਮਸ ਦੀ ਤਰ੍ਹਾਂ। ਟੂ ਓਬਜ਼ਰਵ ਵਾਇਰਸ ਸਾਇੰਟਿਸਟ ਯੂਜ਼ ਐਨ ਇਲੈਕਟ੍ਰੋਨਿਕ ਮਸ਼ੀਨ ਵਿੱਚ ਮੈਗਨੀਫਾਈਨ ਐਨ ਆਬਜੈਕਟ। ਕਹਿੰਦੇ ਇਹਦੇ ਵਿੱਚ ਕੀ ਕੀਤਾ ਜਾਂਦਾ ਕਿ ਜਿਹੜੇ ਸਾਇੰਟਿਸਟ ਹੈ ਉਹ ਓਬਜ਼ਰਵ ਕਰਨ ਵਾਸਤੇ ਇੱਕ ਇਲੈਕਟ੍ਰੋਨਿਕ ਮਾਈਕਰੋਸਕੋਪ ਜਿਹੜਾ ਵਾ ਯੂਜ਼ ਕਰਦੇ ਹੈਗੇ ਆ ਕਿਉਂਕਿ ਇਹਦਾ ਆਕਾਰ ਜਿਹੜਾ 20 ਤੋਂ 30 mm ਤੱਕ ਹੁੰਦਾ ਵਾ ਮਤਲਬ ਕਿ ਇੰਨਾ ਛੋਟਾ ਹੁੰਦਾ ਵਾ। Scientists consider a virus as a link between living and non-living because they cannot reproduce themselves, but when they are inside the living cell of an organism, it is able to reproduce. ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਇਹ ਇੱਕ ਬਾਇਓਲੋਜੀਕਲ ਜੀਵ ਤੇ ਸੈੱਲਾਂ ਨੂੰ ਲਾਗ ਲਾ ਸਕਦਾ। ਇਹਦੀ ਬਾਹਰੀ ਪਰਤ ਹੁੰਦੀ ਆ ਤੇ ਇਹਨੂੰ ਇਨਵੈਲਪ ਵੀ ਕਿਹਾ ਜਾਂਦਾ ਵਾ। ਵਾਇਰਸ ਜਿਹੜੇ ਹੁੰਦੇ ਆ ਇੱਕ
ਜੈਨੇਟਿਕ ਸਮੱਗਰੀ ਦਾ ਗੁੱਦਾ ਹੁੰਦੇ ਆ। ਇਹ ਆਪਣੇ ਆਪ ਅੱਗੇ ਹੋਰ ਵਾਇਰਸ ਪੈਦਾ ਨਹੀਂ ਕਰ ਸਕਦੇ। ਇਹਨਾਂ ਦਾ ਕਈ ਜਿਹੜਾ ਸੈਲਸ 'ਤੇ ਕਬਜ਼ਾ ਹੁੰਦਾ ਵਾ ਅਤੇ ਉਹਨਾਂ ਨੂੰ ਪੈਦਾ ਕਰਨ ਦੇ ਸਾਧਨ ਜ਼ਰੀਏ ਅੱਗੇ ਹੋਰ ਵਾਇਰਸ ਪੈਦਾ ਕਰਦੇ ਆ। ਮਤਲਬ ਇੱਕ ਵਾਇਰਸ ਜਿਹੜਾ ਖੁਦ ਅੱਗੇ ਮਲਟੀਪਲਾਈ ਨਹੀਂ ਹੁੰਦਾ ਜਾਂ ਹੋਰ ਨਹੀਂ ਉਹ ਬਣਾ ਸਕਦਾ, ਜਦੋਂ ਕਿਸੇ ਇੱਕ ਸੈੱਲ 'ਤੇ ਹੋ ਜਾਏਗਾ, ਨਾਲ ਲੱਗ ਜਾਏਗਾ ਜਾਂ ਉਹ 'ਤੇ ਕਬਜ਼ਾ ਕਰ ਲਏਗਾ ਜਾਂ ਉਹਦੇ 'ਤੇ ਚੰਬੜ ਜਾਏਗਾ, ਅਤੇ ਫਿਰ ਇਹ ਆਪਣੇ ਹੋਰ ਵਾਇਰਸ ਜਿਹੜੇ ਆ ਅੱਗੇ ਪੈਦਾ ਕਰਨਗੇ। ਨੈਕਸਟ ਬੱਚੇ ਹੈਗੇ ਪੈਰਾਸਾਈਟਸ। ਪੈਰਾਸਾਈਟਸ ਹੁੰਦੇ ਆ, ਇਹ ਪੈਰਾਸਾਈਟ ਇਜ਼ ਐਨ ਐਨੀ organism which live inside a different organism is a in a symbiotic relationship in which only parasite benefit from symbiosis. This means parasite basically feed off a host and the host suffer as a result of this. Parasites ਹੁੰਦੇ ਆ ਜਿਹੜੇ ਮਤਲਬ ਕਿ ਇਨਸਾਈਡ ਲਿਵ ਰਹਿੰਦੇ ਕਿਸੇ ਡਿਫਰੈਂਟ ਔਰਗਨਿਜ਼ਮਸ ਦੇ ਜਿਹੜੇ ਆ ਅੰਦਰ ਰਹਿੰਦੇ ਹੈਗੇ ਆ। ਇਟ ਕੈਨ ਬੀ ਸਮੋਲ ਔਰ ਵਾਇਰਸ, ਸਮੋਲ ਵੀ ਹੋ ਸਕਦੇ ਆ ਅਤੇ ਵਾਇਰਸ ਹੋ ਸਕਦੇ ਆ। ਇਟ ਕੈਨ ਬੀ ਬਿਗ ਐਜ਼ ਅ ਮੈਟਲ ਲੌਂਗ ਟੇਪ ਵੋਮ, ਜਿੱਦਾਂ ਮਤਲਬ ਕਿ ਉਹ ਕੀੜੇ ਹੁੰਦੇ ਨਾ ਟੇਪ ਵੋਮ ਵਾਲੇ, ਉਹਦੇ ਵਾਂਗੂ ਇਹ ਲੰਮੇ ਲੰਮੇ ਪੈਰਾਸਾਈਟਸ ਹੁੰਦੇ ਹੈਗੇ ਆ। ਠੀਕ ਆ। ਨੈਕਸਟ ਬੱਚੇ ਹੈਗੇ ਡਿਜ਼ੀਜ਼ ਕਾਜ਼ਿੰਗ ਮਾਈਕਰੋ ਔਰਗਨਿਜ਼ਮਸ। ਕਿਹੜੇ ਕਾਰਨ ਹੈਗੇ ਆ ਜਿਨ੍ਹਾਂ ਕਰਕੇ ਮਾਈਕਰੋ ਔਰਗਨਿਜ਼ਮਸ ਜਿਹੜੇ ਆ ਉਹ ਕਾਜ਼ ਹੁੰਦੇ ਆ? ਪੈਥੋਜਨਸ ਸਭ ਤੋਂ ਪਹਿਲਾਂ ਉਹਦੇ ਵਿੱਚ ਆ ਜਾਂਦਾ ਵਾ। ਪੈਥੋਜਨਸ ਆਰ ਔਰਗਨਿਜ਼ਮ ਦੈਟ ਕਾਜ਼ ਡਿਜ਼ੀਜ਼। ਜਿਹੜੇ ਪੈਥੋਜਨਸ ਹੈਗੇ ਆ ਔਰਗਨਿਜ਼ਮ, ਉਹ ਕੀ ਪੈਦਾ ਕਰਦੇ ਆ? ਬਿਮਾਰੀ। ਦੇ ਆਰ ਫ੍ਰੀਕੁਐਂਟਲੀ ਬਟ ਨਾਟ ਨੈਸੈਸਰਲੀ ਮਾਈਕਰੋ ਔਰਗਨਿਜ਼ਮ। ਕਹਿੰਦੇ ਬਹੁਤ ਜ਼ਿਆਦਾ ਹੁੰਦੇ ਆ ਬਟ ਜ਼ਿਆਦਾ ਨੈਸੈਸਰਲੀ ਨਹੀਂ ਹੁੰਦੇ। ਇਟ ਮੇ ਬੀ ਵਾਇਰਸ, ਬੈਕਟੀਰੀਆ ਔਰ ਫੰਗੀ। ਆਪਾਂ ਤਿੰਨੋਂ ਟਾਈਪਸ ਪਿੱਛੇ ਪੜ੍ਹ ਲਈਆਂ ਵੀ ਜਾਂ ਡਿਸੀਜ਼ ਪੈਦਾ ਕਰਨ ਵਾਸਤੇ ਮੈਂ ਤੁਹਾਨੂੰ ਸਟਾਰਟਿੰਗ ਦੇ ਦੱਸਿਆ ਵੀ ਜਾਂ ਉਹਦੇ ਪਿੱਛੇ ਵਾਇਰਸ ਹੋਏਗਾ ਜਾਂ ਬੈਕਟੀਰੀਆ ਜਾਂ ਫੰਗੀ। ਦੇ ਅਫੈਕਟ ਐਂਡ ਇਨਫੈਕਸ਼ਨ ਬਾਏ ਪੈਥੋਜੈਨਿਕ ਬੈਕਟੀਰੀਆ ਆਲਸੋ ਵੈਰੀਏਬਲ ਇਨਕਲੂਡ ਦਾ ਫੋਲੋਇੰਗ। ਕਿੰਨਾ ਕੰਡੀਸ਼ਨਸ ਦੇ ਵਿੱਚ ਜਿਹੜਾ ਵਾ ਹੈਗਾ ਪੈਥੋਜਨ ਬੈਕਟੀਰੀਆ ਆਪਾਂ ਅਫੈਕਟ ਕਰਦੇ ਹਾਂ? ਫੀਵਰ, ਜਿੱਦਾਂ ਮੋਸਟਲੀ ਫੀਵਰ ਦੇ ਵਿੱਚ ਕਹਿੰਦੇ ਵੀ ਇਨਫੈਕਸ਼ਨ ਕਾਜ਼ ਹੋ ਗਈ ਕਿਸੇ ਬੈਕਟੀਰੀਆ ਕਰਕੇ, ਵਾਇਰਸ ਕਰਕੇ। ਇਨਫਲੇਮੇਸ਼ਨ, ਐਂਟੀਬਾਡੀ ਸਿੰਥੈਸਿਸ, ਸ਼ੌਕ, ਇੰਪੇਅਰਡ ਬਲੱਡ ਕਲੌਟਿੰਗ, ਇਹਨਾਂ ਸਾਰਿਆਂ ਦੇ ਪਿੱਛੇ ਜਿਹੜਾ ਆਪਾਂ ਵਾਇਰਸ ਜਾਂ ਬੈਕਟੀਰੀਆ ਦਾ ਮੰਨਦੇ ਹਾਂ। ਨੈਕਸਟ ਬੱਚੇ ਹੈਗਾ ਹਾਊ ਪੈਥੋਜਨਸ ਐਂਟਰ ਇਨ ਆਰ ਬੋਡੀ ਔਰ ਸੋਰਸ। ਕਿਵੇਂ ਪੈਥੋਜਨਸ ਜਿਹੜੇ ਆ ਐਂਟਰ ਕਰਦੇ ਆ ਸਾਡੀ ਬੋਡੀ ਦੇ ਵਿੱਚ? ਦੇ ਐਂਟਰ ਆਵਰ ਬੋਡੀ ਥਰੂ ਏਅਰ, ਵਾਟਰ, ਫੂਡ। ਏਅਰ ਮਤਲਬ ਜਦੋਂ ਆਪਾਂ ਗੰਦੀ ਹਵਾ ਜਿਹੜੀ ਆ ਉਹ ਆਪਣੇ ਅੰਦਰ ਇਨਹੇਲ ਕਰ ਲਈ, ਜਿੱਦਾਂ ਹੁਣ ਕਹਿੰਦੇ ਆ ਨਾ ਸਾਰੇ ਵੀ ਵਾਇਰਸ, ਉਹ ਆਪਣੇ ਕੋਵਿਡ ਦੇ ਮਾਸਕ ਲਾ ਕੇ ਰੱਖੋ, ਕਿਉਂਕਿ ਉਹ ਸਾਨੂੰ ਜਿਹੜੀ ਵਾਇਰਸ ਆ ਥਰੂ ਏਅਰ ਸਾਡੇ ਜਦੋਂ ਆਪਾਂ ਸਾਹ ਲੈਂਦੇ ਆ ਤਾਂ ਅੰਦਰ ਜਾਣ ਤੋਂ ਪ੍ਰੀਵੈਂਟ ਕਰਦੇ ਆ। ਵਾਟਰ, ਕਿਤੇ ਗੰਦਾ ਪਾਣੀ ਪੀ ਲਿਆ ਆਪਾਂ, ਯੂਜ਼ ਕਰ ਲਿਆ। ਠੀਕ ਆ। ਫੂਡ, ਗੰਦਾ ਖਾਣਾ ਖਾ ਲਿਆ ਤਾਂ ਸਾਡੇ ਵਾਇਰਸ ਜਿਹੜੇ ਆ ਅੰਦਰ ਐਂਟਰ ਹੋ ਸਕਦੇ ਨੇ। ਬਾਏ ਡਾਇਰੈਕਟ ਕੰਟੈਕਟ ਵਿਦ ਇਨਫੈਕਟਡ ਪਰਸਨ। ਮੰਨ ਲਓ ਤੁਸੀਂ ਕਿਸੇ ਦੇ ਕੋਲ ਖੜੇ ਹੋ, ਜਿੱਦਾਂ ਹੁਣ ਆਮ ਹੀ ਤੁਹਾਨੂੰ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝ ਆਉਣੀ ਚਾਹੁੰਦੀ ਹੈ ਕਿ ਜਿਨ੍ਹਾਂ ਦੇ ਆਪਣੇ ਸਾਇੰਸ ਹੈਗੇ ਆ ਕਰੋਨਾ ਵਾਲੇ, ਅਤੇ ਉਹਨਾਂ ਕੋਲ ਜੇ ਤੁਸੀਂ ਖੜਦੇ ਹੋ ਬਿਨਾਂ ਮਾਸਕ ਤੋਂ, ਬਿਨਾਂ ਆਪਣੇ ਜਿਹੜੇ ਆ ਜੋ ਗਾਈਡਲਾਈਨਸ ਹੈਗੀਆਂ ਉਹ ਨਹੀਂ ਪ੍ਰੋਪਰ ਤੁਸੀਂ ਫੋਲੋ ਕਰਦੇ, ਅਤੇ ਤੁਹਾਨੂੰ ਵੀ ਉਹ ਵਾਲੇ ਸਿੰਪਟਮਸ ਜਾਂ ਤੁਸੀਂ ਉਹ ਬਿਮਾਰੀ ਤੋਂ ਸਫਰ ਕਰ ਸਕਦੇ ਹੋ। ਮਤਲਬ ਕਿ ਜਦੋਂ ਆਪਾਂ ਇੱਕ ਸਹੀ ਪਰਸਨ ਦੂਜੇ ਇਨਫੈਕਟਡ ਪਰਸਨ ਕੋਲ ਖੜਦਾ ਵਾ ਬਾਈ ਡਾਇਰੈਕਟ ਕੰਟੈਕਟ। ਬੀ ਕੈਰੀਡ ਥਰੂ ਐਨੀ ਕੈਰੀਅਰ, ਜਾਂ ਕਿਸੇ ਕੈਰੀਅਰ ਮਤਲਬ ਕਿਸੇ ਤੋਂ ਹੋਇਆ ਤਾਂ ਆਪਾਂ ਅੱਗੇ ਉਹਨੂੰ ਕੈਰੀ ਕਰ ਲਿਆ। ਇਹ ਸਾਰੇ ਜਿਹੜੇ ਹੈਗੇ ਆ ਆਪਣੇ ਥੋੜ੍ਹੇ ਵੇਸ ਹੈਗੇ ਨੇ ਜਿਨ੍ਹਾਂ ਨਾਲ ਕੋਈ ਵੀ ਇਨਫੈਕਸ਼ਨ ਜਿਹੜੀ ਅਸੀਂ ਕੈਰੀ ਕਰ ਸਕਦੇ ਹਾਂ। So next, how pathogens are caused disease. They can enter our body through any source and multiply inside the body cell and can result in disease. ਉਹਨਾਂ ਕੀ ਕਿਹਾ ਕਿ ਇਹ ਜਦੋਂ ਜਿਹੜੇ ਹੁਣੇ ਮੈਂ ਤੁਹਾਨੂੰ ਪਿਛਲੀ ਸਲਾਈਡ ਦੇ ਵਿੱਚ ਦੱਸਿਆ ਵੀ ਜਾਂ ਆਪਾਂ ਕਿਤੇ ਗੰਦਾ ਭੋਜਨ ਖਾ ਲਿਆ ਜਾਂ ਕਿਸੇ ਦੇ ਡਾਇਰੈਕਟ ਕੰਟੈਕਟ ਦੇ ਵਿੱਚ ਆ ਗਏ ਜਾਂ ਆਪਾਂ ਗੰਦੀ ਸਾਹ ਮਤਲਬ ਕਿ ਏਅਰ ਲੈ ਲਿਆ, ਹਵਾ ਅੰਦਰ ਚਲੇਗੀ ਤਾਂ ਸਾਡੀ ਬੋਡੀ ਦੇ ਵਿੱਚ ਐਂਟਰ ਕਰ ਜਾਂਦੇ ਨੇ, ਅਤੇ ਉੱਥੇ ਮਲਟੀਪਲੀਕੇਸ਼ਨ 1 ਤੋਂ 2, 2 ਤੋਂ 4 ਜਿਹੜੇ ਆ ਹੋ ਜਾਂਦੇ ਨੇ। ਅਤੇ ਉਹਦੇ ਨਾਲ ਕੀ ਹੋ ਜਾਂਦਾ? ਉਹਦਾ ਰਿਜ਼ਲਟ ਕੀ ਹੋਊਗਾ? ਇਨਫੈਕਸ਼ਨ ਦੇ ਨਾਲ ਸਾਨੂੰ ਕੋਈ ਨਾ ਕੋਈ ਡਿਸੀਜ਼ ਜਿਹੜੀ ਆ ਕਾਜ਼ ਹੋ ਜਾਂਦੀ ਆ। ਐਗਜ਼ਾਮਪਲਸ ਇਹਦੇ ਵਿੱਚ ਦਿੱਤੀਆਂ ਹੋਈਆਂ ਵਾ, ਦੇਖੋ। ਵੈਨ ਏ ਪਰਸਨ ਸਫਰਿੰਗ ਫਰੋਮ ਕੋਲਡ ਸਨੀਜ਼ ਡ੍ਰੋਪਲੇਟ ਆਫ ਮੋਇਸਚਰ ਕੈਰਿੰਗ ਮੈਨੀ ਵਾਇਰਸ ਆਰ ਸਪਰੈਡ ਇਨ ਏਅਰ। ਹਮੇਸ਼ਾ ਇਸੇ ਲਈ ਕਹਿੰਦੇ ਆ ਨਾ ਵੀ ਜਦੋਂ ਤੁਸੀਂ ਨਿੱਛ ਮਾਰਨੀ ਆ ਜਾਂ ਤੁਸੀਂ ਖੰਘਦੇ ਪਏ ਹੋ ਤਾਂ ਉਹਨੂੰ ਆਪਣੇ ਫੇਸ ਨੂੰ ਕਵਰ ਕਰੋ ਆਪਣੇ ਹੱਥ ਦੇ ਨਾਲ ਜਾਂ ਸਾਫ਼ ਰੁਮਾਲ ਦੇ ਨਾਲ ਕਵਰ ਕਰਕੇ ਰੱਖੋ। ਉਹਦੇ ਨਾਲ ਕੀ ਹੋਏਗਾ? ਜੇ ਤੁਸੀਂ ਮੰਨ ਲਓ ਕਿਸੇ ਥੋੜ੍ਹੇ ਬਹੁਤ ਕੋਲਡ ਫੀਵਰ ਤੋਂ ਸਫਰ ਕਰਦੇ ਪਏ ਹੋ, ਅਤੇ ਜੋ ਤੁਹਾਡੇ ਇਨਫੈਕਸ਼ਨਸ ਹੈਗੇ ਨੇ ਅੰਦਰ ਵਾਲੇ ਕੀਟਾਣੂ ਨੇ ਉਹ ਨਹੀਂ ਬਾਹਰ ਆਉਣਗੇ ਤਾਂ ਜੋ ਹੋਰ ਕੋਈ ਨਹੀਂ ਇਨਫੈਕਟਡ ਹੋਏਗਾ।
ठीक है। द सेम इज़ इनहेल्ड बाय अनदर पर्सन सिटिंग क्लोज, सो देयर इज़ ए चांस दैट वायरस कैन ट्रांसमिट टू हिज हर बॉडी रिजल्टिंग इन इन्फेक्शन। मान लो ਤੁਸੀਂ ਕਿਸੇ ਪਰਸਨ ਦੇ ਲਾਗੇ ਖੜੇ ਹੋ ਅਤੇ ਉਸਨੂੰ ਕੋਈ ਕੋਲਡ ਫੀਵਰ ਹੈਗਾ ਵਾ, ਉਹ ਬਿਨਾਂ ਹੀ ਆਪਣਾ ਫੇਸ ਕਵਰ ਕੀਤਿਆਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਜਾਂ ਨਿਸ਼ ਕਰ ਰਿਹਾ ਜਾਂ ਖੰਘ ਰਿਹਾ, ਅਤੇ ਉਹ ਜੋ ਉਹਦੇ ਮੂੰਹ ਦੇ ਵਿੱਚੋਂ ਡ੍ਰੌਪਲੇਟਸ ਨਿਕਲੇ ਇਨਫੈਕਸ਼ਨ ਦੇ, ਉਹ ਸਾਰੀ ਏਅਰ ਦੇ ਵਿੱਚ ਜਿਹੜੇ ਆ ਸਰਕੂਲੇਟ ਹੋਣਗੇ, ਅਤੇ ਤੁਸੀਂ ਉਹਨਾਂ ਦੇ ਲਾਗੇ ਬਿਨਾਂ, ਫਿਰ ਤੁਸੀਂ ਵੀ ਆਪਣਾ ਫੇਸ ਨਹੀਂ ਕਵਰ ਕੀਤਾ ਹੋਇਆ, ਅਤੇ ਉਹ ਨੈਚੁਰਲੀ ਤੁਸੀਂ ਉਹਨਾਂ ਦੇ ਨਾਲ ਜੋ ਗੱਲ ਕਰਦੇ ਪਏ ਹੋ, ਉਸ ਏਰੀਏ 'ਚ ਸਾਹ ਲੈਂਦੇ ਪਏ ਹੋ, ਅਤੇ ਉਹ ਜਿਹੜੇ ਗੰਦੀ ਹਵਾ ਵਾਲੇ ਡ੍ਰੌਪਲੇਟਸ ਨੇ ਉਹ ਤੁਹਾਡੇ ਅੰਦਰ ਵੀ ਜਾਣਗੇ। ਟੂ ਪ੍ਰੀਵੈਂਟ ਡ੍ਰੌਪਲੇਟ ਇਨਫੈਕਸ਼ਨ ਵਨ ਸ਼ੁੱਡ ਕੀਪ ਹੈਂਡਕਰੀਫ ਔਨ ਨੋਜ਼ ਐਂਡ ਮਾਊਥ ਵਾਈਲ ਕਫਿੰਗ ਸਨੀਜਿੰਗ। ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਦੇ ਲਾਗੇ ਖੜ੍ਹਦੇ ਹੋ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਇਨਫੈਕਸ਼ਨ ਤੋਂ ਸਫਰ ਕਰ ਰਹੇ ਹੋ, ਤਾਂ ਹਮੇਸ਼ਾ ਹੀ ਉਸ ਪਰਸਨ ਨੂੰ ਆਪਣਾ ਜਦੋਂ ਕਫ ਸਨੀਜ਼ ਕਰਦੇ ਆ, ਆਪਣਾ ਫੇਸ ਜਿਹੜਾ ਵਾ ਸਾਫ਼ ਰੁਮਾਲ ਦੇ ਨਾਲ ਜਾਂ ਆਪਣੇ ਹੈਂਡ ਦੇ ਨਾਲ ਕਵਰ ਕਰਨਾ ਚਾਹੀਦਾ। ਐਗਜ਼ੈਂਪਲਸ ਆਫ ਡਿਜ਼ੀਜ਼ ਕਾਜ਼ ਬਾਏ ਬੈਕਟੀਰੀਆ, ਵਾਇਰਸ, ਫੰਗੀ। ਕੁਛ ਐਗਜ਼ੈਂਪਲਸ ਹੈਗੀਆਂ ਨੇ ਜਿਨ੍ਹਾਂ ਕਰਕੇ ਜਿਹੜੀਆਂ ਬਿਮਾਰੀਆਂ ਵਾ ਉਹ ਲੱਗਦੀਆਂ ਨੇ, ਠੀਕ ਹੈ। ਇਹਦੇ ਵਿੱਚ ਜਿੱਦਾਂ ਹੈਗੀ ਆ ਬੈਕਟੀਰੀਆ ਕੀ ਕਾਜ਼ ਕਰਦੇ ਨੇ, ਟਿਊਬਰਕਲੋਸਿਸ, TB, ਮੈਨਿਨਜਾਈਟਿਸ, ਟਾਈਫਾਇਡ ਫੀਵਰ, ਵੂਪਿੰਗ ਕਫ, ਇਹ ਸਾਰੀਆਂ ਬਿਮਾਰੀਆਂ ਬੈਕਟੀਰੀਆ ਕਾਜ਼ ਕਰਦਾ ਵਾ। ਵਾਇਰਸ ਕੀ ਕਾਜ਼ ਕਰਦੇ ਨੇ, ਮੀਜ਼ਲਸ, ਹੈਪੇਟਾਈਟਿਸ A, ਚਿਕਨ ਪੌਕਸ ਜਿਹਨੂੰ ਆਪਾਂ ਵੱਡੀ ਮਾਤਾ ਬੋਲ ਲੈਂਦੇ ਆ, ਪੋਲੀਓ, ਰੇਬੀਜ਼, ਇਹ ਸਾਰੇ ਕਾਜ਼ ਕਰਦੇ ਨੇ ਵਾਇਰਸ। ਇਹ ਸਾਰੀਆਂ ਜਿਹੜੀਆਂ ਬਿਮਾਰੀਜ਼ ਨੇ, ਇਨਫੈਕਸ਼ਨਸ ਨੇ, ਇਹ ਕਾਜ਼ ਕਰਦੇ ਨੇ ਵਾਇਰਸ। ਫੰਗੀ ਕੀ ਕਾਜ਼ ਕਰਦੇ ਨੇ, ਐਥਲੈਟਿਸ ਫੁੱਟ, ਰਿੰਗਵਰਮ, ਅਸਥਮਾ, ਬਲੈਡਨੈਸ, ਸਕੈਬਿਸ ਜਿਹੜੀ ਇੱਕ ਸਕਿਨ ਦੀ ਇਨਫੈਕਸ਼ਨ ਹੁੰਦੀ ਆ, ਉਹ ਸਾਰੀਆਂ ਜਿਹੜੀਆਂ ਹੈਗੀਆਂ ਵਾ ਬਿਮਾਰੀਆਂ ਫੰਗੀ ਦੁਆਰਾ ਕਾਜ਼ ਕੀਤੀਆਂ ਜਾਂਦੀਆਂ ਨੇ। ਸੋ ਨੈਕਸਟ ਬੱਚੇ ਹੈਗੇ ਆ ਕਾਮਨ ਹੈਲਥ ਹਿਊਮਨ ਡਿਸੀਜ਼ ਐਂਡ ਦੇਅਰ ਕਾਜ਼ਲ ਏਜੰਟਸ। ਇਹਦੇ ਵਿੱਚ ਕੁਛ ਜਿਹੜੀਆਂ ਹਿਊਮਨ ਦੀਆਂ ਪ੍ਰੋਬਲਮ ਹੈਗੀਆਂ ਨੇ, ਤਾਂ ਉਹਨਾਂ ਨੂੰ ਮਤਲਬ ਕਿ ਕਿਹੜੇ ਕਿਹੜੇ ਏਜੰਟ ਜਿਹੜੇ ਆ ਕਾਜ਼ ਕਰਦੇ ਨੇ, ਉਹਦੇ ਬਾਰੇ ਆਪਾਂ ਪੜ੍ਹਾਂਗੇ। ਸੋ ਨੈਕਸਟ ਬੱਚਿਓ ਇਹਦੇ ਵਿੱਚ ਹੈਗਾ ਵਾ 4 ਕਾਲਮ ਬਣੇ ਹੋਏ ਆ। ਹਿਊਮਨ ਡਿਜ਼ੀਜ਼ ਦੇ ਕੌਜ਼ਟਿਵ ਏਜੰਟ, ਮਤਲਬ ਕਿਹੜਾ ਏਜੰਟ ਆ ਅਤੇ ਉਹ ਡਿਜ਼ੀਜ਼ ਜਿਹੜੀ ਆ ਕੌਜ਼ ਹੋਈ ਆ। ਮੋਡ ਆਫ ਟਰਾਂਸਮਿਸ਼ਨ ਕੀ ਆ, ਮਤਲਬ ਕਿੱਦਾਂ ਇੱਕ ਡਿਜ਼ੀਜ਼ ਜਿਹੜੀ ਆ ਦੂਜੀ ਵਿਅਕਤੀ ਤੱਕ ਪਹੁੰਚਦੀ ਆ। ਪ੍ਰੀਵੈਂਸ਼ਨ ਤੇ ਕੀ ਆਪਾਂ ਕਰ ਸਕਦੇ ਆ। ਸਭ ਤੋਂ ਪਹਿਲਾਂ ਹੈਗੀ ਆ ਟਿਊਬਰਕਲੋਸਿਸ। ਆਪਾਂ ਪਿੱਛੇ ਹੁਣੇ ਮੈਂ ਤੁਹਾਨੂੰ ਦੱਸਿਆ ਸੀ ਟਿਊਬਰਕਲੋਸਿਸ ਨੂੰ, ਮੈਂ ਇੱਕ ਵਾਰ ਫਿਰ ਬੈਕ ਕਰਕੇ ਤੁਹਾਨੂੰ ਦੱਸ ਦਿੰਦੀ ਹਾਂ। ਟਿਊਬਰਕਲੋਸਿਸ ਜਿਹੜੀ ਆ ਕਿਉਂ ਕੌਜ਼ ਕਰਦੇ ਨੇ, ਬੈਕਟੀਰੀਆ। ਟਿਊਬਰਕਲੋਸਿਸ ਨੂੰ ਬੈਕਟੀਰੀਆ ਨੇ ਕੌਜ਼ ਕਰਨਾ ਵਾ। ਮੋਡ ਆਫ ਟਰਾਂਸਮਿਸ਼ਨ ਕੀ ਆ, ਏਅਰ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਹੁਣੇ ਪਿੱਛੇ ਦੱਸਿਆ ਵੀ ਏਅਰ ਜਦੋਂ ਆਪਾਂ ਮੰਨ ਲਓ ਕੋਈ ਸਫਰ ਕਰਦੇ ਪਏ ਹਾਂ ਕਿਸੇ ਬਿਮਾਰੀ ਤੋਂ, ਅਤੇ ਆਪਾਂ ਜਦੋਂ ਕਫ ਕਰਦੇ ਹਾਂ, ਸਨੀਜ਼ ਕਰਦੇ ਹਾਂ, ਤਾਂ ਮੂੰਹ ਨਹੀਂ ਕਵਰ ਕਰਦੇ, ਜਾਂ ਆਪਾਂ ਕਿਸੇ ਇਨਫੈਕਟਡ ਪਰਸਨ ਦੇ ਲਾਗੇ ਜਾ ਕੇ ਡਾਇਰੈਕਟ ਇਨਫੈਕਸ਼ਨ ਕੈਰੀ ਕਰ ਲੈਂਦੇ ਹਾਂ, ਠੀਕ ਆ। ਪ੍ਰੀਵੈਂਸ਼ਨ ਕੀ ਕਰਾਂਗੇ, ਕੀਪ ਦਾ ਪੇਸ਼ੈਂਟ ਇਨ ਕੰਪਲੀਟ ਆਈਸੋਲੇਟ, ਠੀਕ ਆ। ਵੈਕਸੀਨੇਸ਼ਨ ਟੂ ਬੀ ਗਿਵਨ ਐਟ ਦਾ ਸੁਟੇਬਲ ਏਜ। ਇਹਦੇ ਵਿੱਚ ਕੀ ਹੈਗਾ ਵੀ ਇਹਨੂੰ ਪੇਸ਼ੈਂਟ ਨੂੰ ਸਭ ਤੋਂ ਮੇਨ ਇਹਦਾ ਪ੍ਰੀਵੈਂਸ਼ਨ ਹੈਗੀ ਆ ਆਪਾਂ ਉਹਨੂੰ ਆਈਸੋਲੇਟ ਕਰ ਦੇਣਾ। ਪੇਸ਼ੈਂਟ ਨੂੰ ਆਈਸੋਲੇਟ ਦਾ ਮਤਲਬ ਕਿ ਉਹਨੂੰ ਕਿਸੇ ਇੱਕ ਕਮਰੇ 'ਚ ਇਕੱਲੇ ਨੂੰ ਬੰਦ ਰਹਿਣ ਦੇਣਾ ਵਾ। ਜੋ ਵੀ ਵੈਕਸੀਨੇਸ਼ਨ ਹੈਗੀ ਆ ਉਹਨੂੰ ਜਿਹੜੀ ਆ ਸੁਟੇਬਲ ਏਜ 'ਤੇ ਜਿਹੜੀ ਹੁੰਦੀ ਆ ਉਹ ਉਹਦੀ ਪ੍ਰੋਪਰ ਕਰਨੀ ਚਾਹੀਦੀ ਆ। ਇਹ ਜਿਹੜੀਆਂ ਟਿਊਬਰਕਲੋਸਿਸ, ਮੀਜ਼ਲ, ਚਿਕਨ ਪੌਕਸ, ਪੋਲੀਓ ਸਾਰੀਆਂ ਹੀ ਮਤਲਬ ਕਿ ਬੈਕਟੀਰੀਆ ਕੌਜ਼ ਕਰਦਾ ਵਾ। ਜਿਹੜੀ ਮੀਜ਼ਲ, ਚਿਕਨ ਪੌਕਸ, ਪੋਲੀਓ ਵਾਇਰਸ ਕੌਜ਼ ਕਰਦਾ ਵਾ। ਅਤੇ ਇਹਦੇ ਵੀ ਜਿਹੜਾ ਟਰਾਂਸਮਿਸ਼ਨ ਹੈਗੀ ਆ ਏਅਰ ਹੈਗੀ ਆ, ਏਅਰ ਕੰਟੈਕਟ ਆ, ਏਅਰ ਐਂਡ ਕੰਟੈਕਟ ਆ। ਅਤੇ ਇਹਨਾਂ ਦਾ ਮੇਨ ਜਿਹੜਾ ਪ੍ਰੀਵੈਂਸ਼ਨ ਚੌਵਾਂ ਦਾ ਇੱਕ ਹੀ ਹੈਗਾ ਵਾ, ਪੇਸ਼ੈਂਟ ਨੂੰ ਆਈਸੋਲੇਟ ਹੋਣਾ ਚਾਹੀਦਾ ਵਾ ਤਾਂ ਕਿ ਉਹ ਦੂਸਰੇ ਪਰਸਨ ਨਾਲ ਅਫੈਕਟ ਹੋ ਸਕਣ, ਅਤੇ ਪ੍ਰੋਪਰ ਉਹਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਆ। ਅੱਗੇ ਹੈਗਾ ਕੋਲਰਾ। ਕੋਲਾ ਹੁੰਦਾ ਜਿਹੜਾ ਹੈਜ਼ਾ ਹੋ ਜਾਂਦਾ ਵਾ, ਬੈਕਟੀਰੀਆ ਕੌਜ਼ ਕਰਦਾ ਵਾ। ਉਹਦਾ ਮੋਡ ਆਫ ਟਰਾਂਸਮਿਸ਼ਨ ਕੀ ਆ, ਜਾਂ ਮਤਲਬ ਕਿ ਵਾਟਰ, ਗੰਦਾ ਪਾਣੀ ਵਗੈਰਾ ਪੀ ਲਿਆ, ਜਾਂ ਗੰਦਾ ਖਾਣਾ ਖਾ ਲਿਆ, ਠੀਕ ਆ। ਉਹਦੇ ਵਿੱਚ ਮੇਨਟੇਨ ਪਰਸਨ ਹਾਈਜੀਨ ਹੋਣੀ ਚਾਹੀਦੀ ਆ, ਗੁੱਡ ਸੈਨੀਟਰੀ ਹੈਬਿਟਸ ਹੋਣੀਆਂ ਚਾਹੀਦੀਆਂ, ਕੰਜ਼ਿਊਮ ਪ੍ਰੋਪਰਲੀ ਕੁਕਡ ਫੂਡ, ਮਤਲਬ ਕਿ ਸਾਫ਼ ਸੁਥਰਾ ਜਿੱਥੋਂ ਤੁਸੀਂ ਖਾਣਾ ਬਣਾਉਂਦੇ ਪਏ ਹੋ ਵੀ ਸਾਫ਼ ਸੁਥਰਾ ਇਨਵਾਇਰਮੈਂਟ ਹੋਣਾ ਚਾਹੀਦਾ। ਜਿਹਦੇ ਵਿੱਚ ਖਾਣਾ ਤੁਸੀਂ ਖਾਂਦੇ ਪਏ ਹੋ ਬਰਤਨ ਉਹ ਸਾਫ਼ ਸੁਥਰੇ ਹੋਣੇ ਚਾਹੀਦੇ ਆ। ਖਾਣਾ ਖਾਣ ਤੋਂ ਪਹਿਲਾਂ ਜਿਵੇਂ ਬੱਚੋ ਆਪਣੇ ਹੈਂਡ ਵਾਸ਼ ਕਰਨੇ ਆ, ਖਾਣਾ ਖਾ ਕੇ ਫਿਰ ਹੈਂਡ ਵਾਸ਼ ਕਰਨੇ ਆ, ਠੀਕ ਆ। ਜੋ ਮਤਲਬ ਕਿ ਆਪਾਂ ਡਿਊਰਿੰਗ ਆਪਣੇ ਫੂਡ ਖਾਣਾ ਖਾਂਦੇ ਆ, ਜਿਹੜੀਆਂ ਸਾਨੂੰ ਪ੍ਰੋਪਰ ਗਾਈਡਲਾਈਨਸ ਹੁੰਦੀਆਂ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਵਾ। ਟਾਈਫਾਇਡ ਤੁਹਾਨੂੰ ਪਤਾ ਆਮ ਹੀ ਲੋਕਾਂ ਨੂੰ ਹੋ ਜਾਂਦਾ ਫੀਵਰ, ਉਹ ਵੀ ਬੈਕਟੀਰੀਆ ਕੌਜ਼ ਕਰਦਾ ਵਾ। ਅਤੇ ਉਹਦਾ ਮੋਡ ਆਫ ਟਰਾਂਸਮਿਸ਼ਨ ਵੀ ਕੀ ਹੈਗਾ ਵਾ, ਵਾਟਰ, ਜਿੱਦਾਂ ਟਾਈਫਾਇਡ ਕਿਤੋਂ ਹੁੰਦਾ ਵਾ, ਜਿੱਦਾਂ ਮੱਛਰ
ਕੱਟ ਦਿੰਦਾ ਵਾ, ਪੈਦਾ ਹੋ ਜਾਂਦਾ ਵਾ। ਠੀਕ ਆ, ਅਤੇ ਉਹਦੇ ਵਿੱਚ ਜਿੱਦਾਂ ਗੰਦੇ ਪਾਣੀ ਦੇ ਵਿੱਚ ਜਿਹੜਾ ਮੱਛਰ ਵਗੈਰਾ ਪੈਦਾ ਹੁੰਦੇ ਨੇ ਉਹਦੇ ਤੋਂ ਵੀ ਕਿਸੇ ਵੇਲੇ ਹੋ ਜਾਂਦਾ ਵਾ। ਨੈਕਸਟ ਹੈਗਾ ਬੱਚੇ ਹੈਪੇਟਾਈਟਸ ਏ। ਇਹਦੇ ਵਿੱਚ ਵਾਇਰਸ ਹੁੰਦਾ ਵਾ, ਕੌਜ਼ ਕਰਦਾ ਵਾ। ਵਾਟਰ ਇਹਦਾ ਹੈਗਾ ਵਾ ਮੋਡ ਆਫ ਟਰਾਂਸਮਿਸ਼ਨ। ਇਹਦੇ ਵਿੱਚ ਆਪਾਂ ਨੂੰ ਪ੍ਰੀਵੈਂਸ਼ਨ ਕਰਨੀ ਚਾਹੀਦੀ ਆ। ਡਰਿੰਕ ਬੋਇਲਡ ਵਾਟਰ, ਮਤਲਬ ਕਿ ਜਿਹੜਾ ਬਾਲਿਆ ਹੋਇਆ ਪਾਣੀ ਉਹ ਪੀਣਾ ਚਾਹੀਦਾ, ਅਤੇ ਵੈਕਸੀਨੇਸ਼ਨ ਜਿਹੜੀ ਆ ਪ੍ਰੋਪਰ ਹੋਣੀ ਚਾਹੀਦੀ ਆ। ਮਲੇਰੀਆ, ਉਹਦੇ ਵਿੱਚ ਕੌਜ਼ਿਵ ਏਜੰਟ ਹੈਗਾ ਪ੍ਰੋਟੋਜ਼ੋਆ, ਅਤੇ ਮਲੇਰੀਆ ਕਿਹਦੇ ਨਾਲ ਫੈਲਦਾ? ਮੋਸਕੀਟੋਸ, ਮੱਛਰਾਂ ਦੇ ਨਾਲ ਕੱਟਣ ਨਾਲ। ਅਤੇ ਇਹਦੇ ਵਿੱਚ ਪ੍ਰੀਵੈਂਸ਼ਨ ਹੈਗੀ ਆ ਜੋ ਯੂਜ਼ ਮੋਸਕੀਟੋ ਨੈਟ ਐਂਡ ਰੈਪੀਲੈਂਟਸ, ਜੋ ਵੀ ਅੱਜ ਕੱਲ੍ਹ ਓਡੋਮੋਸ, ਆਪਣੇ ਗੁੱਡ ਨਾਈਟ ਵਗੈਰਾ ਆਉਂਦੇ ਆ, ਸਾਰੇ ਉਹ ਯੂਜ਼ ਕਰਨੇ ਚਾਹੀਦੇ ਆ। ਜੇ ਨਹੀਂ ਆ ਤਾਂ ਮੋਸਕੀਟੋ ਨੈਟ ਜਿਹੜੀ ਹੁੰਦੀ ਆ ਮੱਛਰਦਾਨੀ, ਉਹ ਯੂਜ਼ ਕਰਨੀ ਚਾਹੀਦੀ ਹੈ, ਤਾਂ ਜੋ ਆਪਾਂ ਇਹਨਾਂ ਤੋਂ ਇਹ ਵਾਲੀਆਂ ਡਿਜ਼ੀਜ਼ਸ ਹੈਗੀਆਂ ਇਹਨਾਂ ਤੋਂ ਬਚ ਸਕੀਏ। ਨੈਕਸਟ ਵਿੱਚ ਹੈਗਾ ਐਪੀਡੈਮੋਲੋਜੀ ਟਰਾਈਐਂਗਲ। ਐਪੀਡੈਮੋਲੋਜੀ ਟਰਾਈਐਂਗਲ ਦੇ ਵਿੱਚ ਬੱਚੇ ਦਿੱਤਾ ਹੁੰਦਾ ਵੀ ਕਿੱਦਾਂ, ਮਤਲਬ ਕਿ 3 ਉਹਨਾਂ ਨੇ ਦਿੱਤੇ ਆ ਉਹਦੇ ਫੈਕਟ, ਵੀ ਕਿੱਦਾਂ ਇੱਕ ਡਿਜ਼ੀਜ਼ ਜਿਹੜੀ ਆ ਅੱਗੇ ਟਰਾਂਸਮਿਟ ਹੁੰਦੀ ਆ। ਐਪੀਡੈਮੋਲੋਜੀ ਡਿਫਾਈਨਡ ਐਜ਼ ਦਾ ਸਟੱਡੀ ਆਫ ਵਾਟ ਵਿਚ ਬੈਫਲਸ ਪੀਪਲ। ਠੀਕ ਹੈ, ਐਪੀਡੈਮੋਲੋਜੀ ਦੇ ਵਿੱਚ ਜਿਹੜਾ ਉਹ ਆਪਾਂ ਸਟੱਡੀ ਕਰਦੇ ਆ ਕਿ ਕਿੱਦਾਂ ਲੋਕ ਜਿਹੜੇ ਹੈਗੇ ਆ ਇਫੈਕਟ ਹੁੰਦੇ ਹੈਗੇ ਨੇ। ਦੇ ਐਪੀਡੈਮੋਲੋਜੀ ਟਰਾਇੰਗਲ ਇਜ਼ ਅ ਮਾਡਲ ਡੈਟ ਸਾਇੰਟਿਸਟ ਹੈਵ ਡਿਵੈਲਪ ਫॉर ਅੰਡਰਸਟੈਂਡਿੰਗ ਇਨਫੈਕਸ਼ਸ ਡਿਸੀਜ਼ ਐਂਡ ਹਾਊ ਦੇ ਸਪਰੈਡ। ਇਹ ਇੱਕ ਮਤਲਬ ਕਿ ਉਹਨਾਂ ਨੇ ਮਾਡਲ ਬਣਾਇਆ, ਸਾਇੰਟਿਸਟ ਨੇ ਡਿਵੈਲਪ ਕੀਤਾ, ਅਤੇ ਉਹਦੇ ਤੋਂ ਅੰਡਰਸਟੈਂਡ ਹੁੰਦਾ ਕਿ ਕਿਵੇਂ ਇੱਕ ਇਨਫੈਕਸ਼ਨ ਜਿਹੜੀ ਆ ਉਹ ਡਿਸੀਜ਼ ਕਾਜ਼ ਹੁੰਦੀ ਆ ਅਤੇ ਕਿਵੇਂ ਅੱਗੇ ਸਪਰੈਡ ਹੁੰਦੀ ਆ। ਸਭ ਤੋਂ ਪਹਿਲਾਂ ਏਜੰਟ ਡੈਟ ਕਾਜ਼ ਡਿਸੀਜ਼, ਜਿਹੜਾ ਏਜੰਟ ਸਭ ਤੋਂ ਪਹਿਲਾਂ ਉੱਪਰ ਟੌਪ 'ਤੇ ਆ ਜਾਂਦਾ। ਇਹਦਾ ਟਰਾਈਐਂਗਲ ਤੁਸੀਂ ਸ਼ੇਪ ਸਮਝਦੇ ਹੋ ਨਾ, ਟਰਾਈਐਂਗਲ ਸ਼ੇਪ ਬਣੀ ਹੁੰਦੀ ਹੈ, ਅਤੇ ਟਰਾਈਐਂਗਲ ਸ਼ੇਪ ਦੇ ਵਿੱਚ 3 ਜਿਹੜੀਆਂ ਹੁੰਦੀਆਂ ਵਾ, ਉਹਦੇ 3 ਹੁੰਦੇ ਆ, ਉਹਦੇ 1 2 3 ਇਫੈਕਟ ਹੁੰਦੇ ਆ, ਮਤਲਬ ਕਿ ਕੋਨੇ ਬੋਲੋ ਉਹਨੂੰ ਤ੍ਰਿਕੋਣ ਸ਼ੇਪ ਦੇ, ਜਿੱਦਾਂ ਤੁਸੀਂ ਮੈਥ 'ਚ ਪੜ੍ਹਦੇ ਹੋ। ਅਤੇ ਸਭ ਤੋਂ ਉੱਪਰ ਜਿਹੜਾ ਏਜੰਟ ਹੁੰਦਾ ਵਾ, ਏਜੰਟ ਆ ਜਾਏਗਾ ਜਿਹੜਾ ਡਿਸੀਜ਼ ਕਾਜ਼ ਕਰਦਾ ਵਾ, ਜਿੱਦਾਂ ਪਿੱਛੇ ਆਪਾਂ ਪੜ੍ਹੇ ਕਿੰਨੇ ਜਾਣੇ ਬੈਕਟੀਰੀਆ, ਵਾਇਰਸ, ਪੈਥੋਜਨ, ਪੈਰਾਸਾਈਟਸ, ਕੁਛ ਵੀ, ਕੋਈ ਵੀ ਇੱਕ ਮੰਨ ਲਓ। ਹੋਸਟ ਡੈਟ ਐਕਸਪੋਜ਼ ਟੂ ਡਿਸੀਜ਼, ਹੋਸਟ ਹੋ ਗਿਆ ਮਤਲਬ ਕਿ ਜਿਹਨੂੰ ਉਹ ਡਿਸੀਜ਼ ਲੱਗੀ ਆ। ਠੀਕ ਆ, ਇਨਵਾਇਰਮੈਂਟ ਐਕਸਟਰਨਲ ਫੈਕਟਰ ਡੈਟ ਕਾਜ਼ ਡਿਸੀਜ਼ ਟਰਾਂਸਮਿਸ਼ਨ, ਅਤੇ ਇਨਵਾਇਰਮੈਂਟ ਹੋ ਗਿਆ ਵੀ ਜਿੱਥੇ ਉਹ ਪਰਸਨ ਰਹਿਣ ਡਿਆ ਵਾ, ਅਤੇ ਉਹਦੇ ਵਿੱਚ ਜਿੰਨੇ ਲੋਕ ਉਹਦੇ ਨਾਲ ਕੰਟੈਕਟ 'ਚ ਆਏ, ਜਿੰਨੇ ਉਹ ਮਤਲਬ ਇੱਕ ਜਗ੍ਹਾ ਤੋਂ ਚੱਲ ਕੇ ਦੂਜੀ ਜਗ੍ਹਾ 'ਤੇ ਗਿਆ, ਅਤੇ ਉਹ ਜਿਹੜਾ ਉਹਦਾ ਹੈਗਾ ਵਾ ਇਨਵਾਇਰਮੈਂਟ ਸਾਰਾ ਹੀ ਇਫੈਕਟ ਹੋਇਆ, ਅਤੇ ਉਹਦੇ ਥਰੂ ਜਿਹੜੀ ਆ ਡਿਸੀਜ਼ ਟਰਾਂਸਮਿਟ ਹੁੰਦੀ ਆ। ਇਹ ਜਿਹੜੇ ਹੈਗਾ ਇੱਕ ਮਾਡਲ ਆ ਜਿਹਦੇ ਰਾਹੀਂ ਉਹਨਾਂ ਨੇ ਸਾਇੰਟਿਸਟ ਸਮਝਦੇ ਨੇ ਕਿ ਕਿੱਦਾਂ ਡਿਸੀਜ਼ ਜਿਹੜੀ ਆ ਕਾਜ਼ ਹੁੰਦੀ ਆ ਅਤੇ ਕਿੱਦਾਂ ਸਪਰੈਡ ਹੁੰਦੀ ਆ। ਸਭ ਤੋਂ ਪਹਿਲਾਂ ਏਜੰਟ, ਮਤਲਬ ਕੋਈ ਵੀ ਪੈਥੋਜਨ ਲਾ ਲਓ। ਠੀਕ ਆ, ਹੋਸਟ ਜਿਹਨੂੰ ਡਿਸੀਜ਼ ਹੋਈ, ਅਤੇ ਇਨਵਾਇਰਮੈਂਟ ਜਿਹਦੇ ਥਰੂ ਡਿਸੀਜ਼ ਇਨਵਾਇਰਮੈਂਟ ਦੇ ਥਰੂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਸਪਰੈਡ ਹੋਈ। ਨੈਕਸਟ ਬੱਚੇ ਆ ਜਾਂਦਾ ਵਾ ਡਿਸਇਨਫੈਕਟੈਂਟ ਦਾ ਮਤਲਬ ਕਿ ਕਿੱਦਾਂ ਆਪਾਂ ਹੁਣ ਇਹਨਾਂ ਤੋਂ ਚੀਜ਼ਾਂ ਨੂੰ ਆਪਾਂ ਬਚ ਸਕਦੇ ਹਾਂ, ਕਿੱਦਾਂ ਇਹਨਾਂ ਨੂੰ ਆਪਾਂ ਖ਼ਤਮ ਕਰ ਸਕਦੇ ਹਾਂ। ਠੀਕ ਆ, ਡਿਸਇਨਫੈਕਸ਼ਨ ਦੇ ਵਿੱਚ ਆ ਜਾਂਦਾ ਪ੍ਰੋਸੈਸ ਆਫ ਡਿਸਇਨਫੈਕਸ਼ਨ, ਮਤਲਬ ਸਭ ਤੋਂ ਪਹਿਲਾਂ ਕਿੱਦਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਡਿਸਇਨਫੈਕਸ਼ਨ ਹੈ ਕੀ ਆ। ਵਾਟ ਇਜ਼ ਡਿਸਇਨਫੈਕਸ਼ਨ? Disinfection means a process which helps to remove all pathogen organisms capable of giving rise of infection from the surface of living and non-living things. Disinfection ਤੋਂ ਭਾਵ ਹੈਗਾ ਕਿ ਉਹਨਾਂ ਸਾਰੇ ਪੈਥੋਜਨਿਕ ਜੀਵਾਣੂਆਂ ਨੂੰ ਹਟਾਉਣਾ ਜੋ ਲਾਗ ਨੂੰ ਇਨਫੈਕਸ਼ਨ ਨੂੰ ਜਨਮ ਦੇ ਸਕਦੇ ਆ। ਇਸ ਤਹਿਤ ਕਿਸੇ ਵੀ ਚੀਜ਼ ਨੂੰ ਜੀਵਾਣੂਆਂ ਤੋਂ ਰਹਿਤ ਕੀਤਾ ਜਾਂਦਾ ਵਾ। ਇਹਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਜਿੱਥੇ ਸਟਰਲਾਈਜੇਸ਼ਨ ਦੀ ਲੋੜ ਨਾ ਹੋਵੇ, ਮਤਲਬ ਕਿ ਜਿਵੇਂ ਇਹਦੇ ਵਿੱਚ ਬੱਚੇ ਜਿਹਦੇ ਵਿੱਚ ਉਹਨਾਂ ਕਹਿੰਦਾ ਲਿਵਿੰਗ ਅਤੇ ਨੋਨ ਲਿਵਿੰਗ ਥਿੰਗਸ ਆਪਾਂ ਦੋਨਾਂ 'ਤੇ ਯੂਜ਼ ਕਰ ਸਕਦੇ ਹਾਂ। ਜਿੱਦਾਂ ਸਾਡੇ ਵਾਸ਼ ਬੇਸ਼ਨਸ ਹੈਗੇ ਆ, ਫਰਨੀਚਰ, ਭਾਂਡੇ, ਕੱਪੜੇ, ਜਿੱਦਾਂ ਆਮ ਹੀ ਹੁਣ ਵੇਖੋ ਟੀ ਵੀ 'ਚ ਨਿਊਜ਼ 'ਚ ਆਉਂਦੀਆਂ ਨੇ ਵੀ ਤੁਸੀਂ ਆਪਣੇ ਕੱਪੜੇ ਜਦੋਂ ਵਾਸ਼ ਕਰਦੇ ਹੋ, ਬਾਹਰੋਂ ਆਉਂਦੇ ਹੋ, ਅਤੇ ਡਟੋਲ, ਲਿਕੁਇਡ ਡਟੋਲ ਵਿੱਚ ਜਿਹੜਾ ਵਾ 1 ਡਰੋਪ ਜਾਂ 2 ਡਰੋਪ ਪਾਓ। ਠੀਕ ਆ, ਆਪਣੇ ਜਦੋਂ ਆਪਾਂ ਸਰਫੇਸ ਦੀ ਕਰਦੇ ਹੈਗੇ ਆ, ਸਫਾਈ ਕਰਦੇ ਹਾਂ, ਅਤੇ ਉਹਦੇ ਵਿੱਚ ਲਾਈਜ਼ੋਲ ਵਗੈਰਾ ਜਿਹੜੇ ਆ ਡਿਸਇਨਫੈਕਟੈਂਟ ਆਉਂਦੇ ਹੈਗੇ ਆ। ਟੀ ਵੀ 'ਚ ਆਮ ਹੀ ਇਹਨਾਂ ਦੀਆਂ ਐਡ ਆਉਂਦੀਆਂ ਹੈਗੀਆਂ ਨੇ। ਉਹ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਆ ਮੈਡੀਸਿਨ ਲਾ ਲਓ, ਜਾਂ ਇੱਕ ਤਰ੍ਹਾਂ ਦੇ ਮਤਲਬ ਕਿ ਉਹਨਾਂ ਦੇ ਵਿੱਚ ਇੰਨੀ ਕੈਪੇਬਿਲਿਟੀ ਹੈਗੀ ਆ ਕਿ ਉਹ ਇਹਨਾਂ ਕੀਟਾਣੂਆਂ ਨੂੰ, ਇਹਨਾਂ ਜਰਮਸ ਨੂੰ ਖ਼ਤਮ ਕਰ ਸਕਦੇ ਨੇ। ਮੈਥਡ ਆਫ ਡਿਸਇਨਫੈਕਸ਼ਨ, 2 ਤਰ੍ਹਾਂ ਦੇ ਮੈਥਡ ਹੁੰਦੇ ਆ ਡਿਸਇਨਫੈਕਸ਼ਨ ਦੇ, ਫਿਜ਼ੀਕਲ ਅਤੇ ਕੈਮੀਕਲ। ਸੋ ਬੱਚਿਓ ਫਿਜ਼ੀਕਲ ਦੇ ਵਿੱਚ ਕਿੱਦਾਂ ਕਰਦੇ ਆ? ਬੋਇਲਿੰਗ, ਜਿੱਦਾਂ ਆਪਾਂ ਬੋਇਲਿੰਗ ਕਰ ਲੈਂਦੇ ਹਾਂ ਕਿਸੇ ਚੀਜ਼ ਨੂੰ, ਜਿੱਦਾਂ ਪਾਣੀ ਕਹਿੰਦੇ ਆ ਵੀ ਜੇ ਆਰ ਓ ਸਿਸਟਮ ਨਹੀਂ ਹੈਗਾ ਅਤੇ ਅਵਲ ਤਾਂ ਹੁਣ ਕਹਿੰਦੇ ਆਰ ਓ ਦਾ ਪਾਣੀ ਪੀਓ ਹੀ ਨਾ, ਅਤੇ ਬੋਇਲ ਕਰਕੇ ਪਾਣੀ ਪੀਓ। ਬੋਇਲ ਕਰਨ ਦੇ ਨਾਲ ਉਹਦੇ ਵਿੱਚ ਜਿੰਨੇ ਵੀ ਕੀਟਾਣੂ ਪੈਥੋਜਨਸ ਹੋਣਗੇ ਉਹ ਖ਼ਤਮ ਹੋ ਜਾਣਗੇ। ਯੂਵੀ ਰੇਸ ਹੁੰਦੇ ਆ ਅਲਟਰਾ ਵਾਇਲਟ ਰੇਸ, ਜਿੱਦਾਂ ਆਪਾਂ ਚੀਜ਼ਾਂ ਧੁੱਪ 'ਚ ਪਾਉਂਦੇ ਹਾਂ।
ਧੁੱਪ ਦੇ ਨਾਲ ਵੀ ਕਹਿੰਦੇ ਕਾਫੀ ਕੀਟਾਣੂ ਜਿਹੜੇ ਆ ਉਹ ਮਰ ਜਾਂਦੇ ਨੇ, ਜਾਂ ਉਹਨਾਂ ਦੀ ਜਿਹੜੀ ਆ ਇਨਫੈਕਸ਼ਨ ਕਾਜ਼ ਕਰਨ ਦੀ ਕੈਪੇਬਿਲਿਟੀ ਘੱਟ ਜਾਂਦੀ ਆ। ਪੈਸਚਰਾਈਜੇਸ਼ਨ, ਸਨਲਾਈਟ, ਠੀਕ ਆ, ਸੋਰੀ, ਅਲਟਰਾਵਾਇਲਟ ਰੇਸ ਦੇ ਵਿੱਚ ਜਿਹੜੀਆਂ ਰੇਸ ਦੇ ਨਾਲ ਮਤਲਬ ਕਿ ਉਹਨਾਂ ਨੂੰ ਕੀਤਾ ਜਾਂਦਾ ਵਾ, ਇਨਫੈਕਸ਼ਨ ਜਿਹੜੇ ਪੈਥੋਜਨਸ ਉਹਨਾਂ ਨੂੰ ਖਤਮ ਕੀਤਾ ਜਾਂਦਾ ਵਾ। ਸਨਲਾਈਟ ਮਤਲਬ ਕਿ ਧੁੱਪ ਦੇ ਵਿੱਚ ਚੀਜ਼ਾਂ ਨੂੰ ਰੱਖਣਾ। ਰੇਡੀਏਸ਼ਨਸ, ਡਰਾਈ ਹੀਟ, ਸੁੱਕੀ ਹੀਟ ਜਿਹੜੀ ਆਪਾਂ ਦੇਣੀ, ਇਹ ਹੈਗੇ ਆ ਫਿਜ਼ੀਕਲ ਏਜੰਟਸ ਜਿਨ੍ਹਾਂ ਦੇ ਨਾਲ ਆਪਾਂ ਡਿਸਇਨਫੈਕਟ ਕਰ ਸਕਦੇ ਹਾਂ ਕਿਸੇ ਵੀ ਚੀਜ਼ ਨੂੰ। ਕੈਮੀਕਲ ਦੇ ਵਿੱਚ ਅਲਕੋਹਲਸ ਆ ਜਾਂਦੇ ਨੇ, ਜਿੱਦਾਂ ਹੁਣ ਵੇਖੋ ਕਹਿੰਦੇ ਕਿ ਸੈਨੀਟਾਈਜ਼ਰ ਜਿੰਨੇ ਵੀ ਯੂਜ਼ ਕਰਦੇ ਪਏ ਨੇ ਅੱਜ ਦੇ ਦਿਨ ਦੇ ਵਿੱਚ, ਉਹਨਾਂ ਸਾਰੇ 70% ਅਲਕੋਹਲ ਤੋਂ ਬਣੇ ਹੋਏ ਨੇ। ਅਲਕੋਹਲ ਕੀ ਕਰਦੇ ਹੈਗੇ ਆ ਵੀ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਅਲਕੋਹਲਸ ਦੇ ਨਾਲ ਮਾਈਕਰੋ ਆਰਗੈਨਿਜ਼ਮਸ ਜਿਹੜੇ ਪੈਥੋਜਨਸ ਆ ਉਹ ਖਤਮ ਹੁੰਦੇ ਨੇ। ਮਤਲਬ ਕਿ ਉਹਨਾਂ ਅਲਕੋਹਲ ਦੇ ਵਿੱਚ ਇੰਨੀ ਕੈਪੇਬਿਲਿਟੀ ਹੈਗੀ ਹੈ ਕਿ ਉਹ ਉਹਨਾਂ ਨੂੰ ਖਤਮ ਕਰਦਾ ਹੈਗਾ ਵਾ। ਸੋ ਨੈਕਸਟ ਬੱਚੇ ਹੈਗੇ ਐਲਡੀਹਾਈਡਸ, ਹੈਲੋਜਨ, ਠੀਕ ਆ, ਫੇਨੋਲ, ਡਾਈ ਗੈਸਿਸ। ਕੁਛ ਜਿਹੜਾ ਫੇਨੋਲ ਵਗੈਰਾ ਜਿਹੜੇ ਆਪਾਂ ਸਰਫੇਸ ਵਗੈਰਾ ਲਾਈਜ਼ੋਲ ਯੂਜ਼ ਕਰਦੇ ਹੈਗੇ ਆ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ। ਕੁਛ ਗੈਸਾਂ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਮਾਈਕਰੋ ਆਰਗੈਨਿਜ਼ਮਸ ਨੂੰ ਖਤਮ ਕਰ ਸਕਦੇ ਹਾਂ। ਉਹਨਾਂ ਵਿੱਚ ਜਿੱਦਾਂ ਇਥਾਈਲ ਆਕਸਾਈਡ ਆ ਗਈ, ਫਾਰਮੈਲਡੀਹਾਈਡ ਆ ਗਈ, ਬੀਟਾ ਪ੍ਰੋਪਰ ਇਲੈਕਟ੍ਰੋਨਸ ਵਗੈਰਾ, ਇਹਨਾਂ ਦੇ ਨਾਲ ਆਪਾਂ ਜਿਹੜੀਆਂ ਵਾ ਖਤਮ ਕਰ ਸਕਦੇ ਹਾਂ ਮਾਈਕਰੋ ਆਰਗੈਨਿਜ਼ਮਸ ਨੂੰ। ਇਹ ਦੋ ਤਰ੍ਹਾਂ ਦੇ ਏਜੰਟ ਆਪਾਂ ਯੂਜ਼ ਕਰਦੇ ਹਾਂ, ਫਿਜ਼ੀਕਲ ਅਤੇ ਕੈਮੀਕਲ। ਸੋ ਨੈਕਸਟ ਬੱਚਾ ਹੈਗਾ ਫਿਜ਼ੀਕਲ ਮੈਥਡ। ਫਿਜ਼ੀਕਲ ਮੈਥਡ ਦੇ ਵਿੱਚ ਉਹਨਾਂ ਨੇ ਕਿਹਾ ਬੋਇਲਿੰਗ ਜਿਹੜਾ ਵਾ 100 ਡਿਗਰੀ ਸੈਲਸੀਅਸ ਫੋਰ 5 to 10 ਮਿੰਟ, ਡਿਸਇਨਫੈਕਟ ਸਮੋਲ ਇੰਸਟਰੂਮੈਂਟਿਊਲ, ਪ੍ਰੋਸੈਸ ਇਜ਼ ਸਲੋ ਐਂਡ ਕੈਨਟ ਕਿਲ ਸਪੋਰਸ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਆਪਾਂ ਬੋਇਲਿੰਗ ਕਰ ਸਕਦੇ ਹਾਂ 100 ਡਿਗਰੀ 'ਤੇ। ਜਿੱਦਾਂ ਤੁਹਾਨੂੰ ਵਿੱਚ ਮੈਂ ਸਿੰਪਲ ਐਗਜ਼ਾਮਪਲ ਦਿੰਦੇ ਹਾਂ, ਆਪਾਂ ਬੱਚਿਆਂ ਦੇ ਜਿਹੜੇ ਛੋਟੇ ਬੱਚੇ ਫੀਡਰ ਲੈਂਦੇ ਨੇ, ਬੋਤਲ ਲੈਂਦੇ ਨੇ, ਤਾਂ ਉਹਨਾਂ ਨੂੰ ਕਹਿੰਦੇ ਨਾ ਡੇਲੀ ਬੋਇਲ ਕਰੋ ਤਾਂ ਜੋ ਬੱਚੇ ਇਨਫੈਕਸ਼ਨ ਤੋਂ ਬਚ ਸਕਣ। ਤਾਂ ਕਿ ਉਹ ਡੇਲੀ ਬੋਇਲ ਕਰਨ ਨਾਲ ਬੱਚੇ ਦੀ ਇਨਫੈਕਸ਼ਨ ਬੋਟਲ ਜਿਹੜੀ ਆ ਉਹ ਇਨਫੈਕਸ਼ਨ ਫਰੀ ਹੋ ਜਾਂਦੀ ਆ, ਠੀਕ ਹੈ। ਪੈਸਚਰਾਈਜੇਸ਼ਨ, ਫਲੂਇਡਸ ਆਰ ਹੀਟਡ ਐਟ ਟੈਂਪਰੇਚਰ ਟੂ ਬੀਪੀ ਕਿਲ ਪੈਥੋਜਨ ਆਰਗੈਨਿਜ਼ਮ ਇਨ ਦਾ ਵੈਜੀਟੇਟਿਵ ਸਟੇਟ ਵਿਦਾਊਟ ਅਲਟਰਨੇਟਿਵ ਫਲੂਇਡ ਪੈਲੇਟੇਬਿਲਿਟੀ, 62 ਡਿਗਰੀ ਫੋਰ 30 ਮਿੰਟ। ਇਹਦੇ ਵਿੱਚ ਪੈਸਚਰਾਈਜੇਸ਼ਨ ਕੀਤੇ ਜਾਂਦੇ ਆ, ਫਲੂਇਡਸ ਜਿਹੜੇ ਹੀਟ ਕੀਤੇ ਜਾਂਦੇ ਆ ਮਤਲਬ ਕਿ ਕਿਲ ਹੋ ਸਕਣ ਪੈਥੋ ਆਰਗੈਨਿਜ਼ਮਸ ਨੂੰ 62 ਡਿਗਰੀ ਫੋਰ 30 ਅੱਧੇ ਘੰਟੇ ਵਾਸਤੇ। ਯੂਵੀ ਰੇਸ, ਇਟ ਹੈਜ਼ ਬੈਕਟੀਰੀਆਸਾਈਡਲ ਐਕਟੀਵਿਟੀ। ਇਹਦੇ ਵਿੱਚ ਇੱਕ ਮਤਲਬ ਕਿ ਅਲਟਰਨੇਟਿਵ ਰੇਸ ਦੇ ਨਾਲ ਜਿਹੜੇ ਕਿਲ ਕੀਤੇ ਜਾਂਦੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਪਿੱਛੇ ਦੱਸਿਆ। ਸਨਲਾਈਟ, ਆਰਟੀਕਲਸ ਲਾਈਕ ਲਿਨਨ, ਬੈਡਿੰਗ, ਫਰਨੀਚਰ ਕੈਨ ਬੀ ਡਿਸਇਨਫੈਕਟਡ। ਜਿੱਦਾਂ ਆਮ ਹੀ ਆਪਣੇ ਘਰਾਂ ਦੇ ਵਿੱਚ ਆਪਣੀਆਂ ਮਦਰਸ ਜਿਹੜੀਆਂ ਹਰ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਜਿਹੜੇ ਸਾਡੇ ਹੁੰਦੇ ਆ, ਜਿੱਦਾਂ ਗੱਦੇ ਹੁੰਦੇ ਆ ਜੇ ਹੈ ਨਾ, ਉਹਨਾਂ ਨੂੰ ਧੁੱਪ ਲਵਾਉਂਦੇ ਨੇ, ਫਰਨੀਚਰ ਨੂੰ ਧੁੱਪ ਲਾਉਂਦੇ ਆ ਤਾਂ ਜੋ ਉਹ ਇਨਫੈਕਸ਼ਨ ਫਰੀ ਹੋ ਸਕਣ। ਕੈਮੀਕਲ ਮੈਥਡ ਬੱਚੇ ਇਹਦੇ ਵਿੱਚ ਆ ਗਿਆ ਅਲਕੋਹਲ ਦੇ ਵਿੱਚ ਆਪਾਂ ਇਟ ਇਜ਼ ਯੂਜ਼ਡ ਐਂਡ ਸਰਫੇਸ ਡਿਸਇਨਫੈਕਟ, ਇਟ ਰੈਫਰ to water soluble chemical, ethyl alcohol and isopropyl alcohol. These alcohol are rapidly bactericidal. ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਲਕੋਹਲ ਨੂੰ ਆਪਾਂ ਯੂਜ਼ ਕਰਦੇ ਹਾਂ ਸਰਫ ਐਂਡ ਡਿਸਇਨਫੈਕਟ ਵਾਸਤੇ। ਇਹਨੂੰ ਜਿਹੜਾ ਵਾਟਰ ਸੋਲੂਬਲ ਹੈਗਾ ਵਾ, ਅਤੇ ਦੋ ਇਹਦੇ ਵਿੱਚ ਜਿਹੜੇ ਯੂਜ਼ ਹੁੰਦੇ ਆ, ਐਥਾਈਲ ਅਲਕੋਹਲ ਐਂਡ ਐਸੋਪਰੋਪੋਲ ਅਲਕੋਹਲ। Phenolic solution are used to household disinfectant and antiseptic। ਐਂਟੀਸੈਪਟਿਕ ਤੇ ਹਾਊਸਹੋਲਡ ਮਤਲਬ ਘਰ ਦੇ ਘਰੇਲੂ ਕੰਮਾਂ ਨੂੰ ਜਿਹੜਾ ਵਾਸਤੇ ਵੀ ਵਰਤਿਆ ਜਾਂਦਾ ਵਾ, ਆਰਟੀਕਲਸ ਨੂੰ ਡਿਸਇਨਫੈਕਟ ਕਰਨ ਵਾਸਤੇ, ਜਿੱਦਾਂ ਲਾਇਜ਼ੋਲ, ਡਟੋਲ ਹੋ ਗਈ, ਠੀਕ ਹੈ। ਇਹ ਵਾਲੇ ਇਹਦੇ ਵਿੱਚ ਜਿਹੜਾ ਵਾ ਕਰੋਸਿਵ ਨੇਚਰ ਹੁੰਦੀ ਹੈ ਇਹਦੀ, ਅਤੇ ਇਹ ਸਕਿਨ ਐਲਰਜੀ ਜਿਹੜੀ ਸਕਿਨਸ ਉਹਨਾਂ ਨੂੰ ਥੋੜ੍ਹੀ ਜਿਹੜੀ ਆ ਪ੍ਰੋਬਲਮ ਹੋ ਸਕਦੀ ਹੈ। ਇਟ ਯੂਜ਼ਡ ਇਨ ਦ ਫੋਰਮ ਆਫ ਫਲੋਰ ਕਲੀਨਰ, ਮਾਊਥ ਵਾਸ਼ ਵਾਸਤੇ ਅਤੇ ਫਲੋਰ ਕਲੀਨਰ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਆਕਸੀਡਾਈਜ਼ ਏਜੰਟ, ਇਹਦੇ ਵਿੱਚ ਜਿਹੜੇ ਇੱਕ ਸੈੱਲ ਮੈਂਬਰਨ ਇਹ ਕੋਜ਼ ਕਰਦੇ ਆ ਆਕਸੀਡੇਸ਼ਨ, ਜਿਹੜੀ ਸੈੱਲ ਮੈਂਬਰ ਮਾਈਕਰੋਬਸ ਦੀ ਹੁੰਦੀ ਆ, ਅਤੇ ਉਹਨਾਂ ਦੀ ਕੋਜ਼ ਕਰਦੇ ਆ ਲੈਸਿਸੋਸਾਈਲ। ਐਗਜ਼ਾਮਪਲ ਹੈਗੀ ਆ ਕਲੋਰੋਮਾਈਨ ਇਜ਼ ਯੂਜ਼ ਇਨ ਡਰਿੰਕਿੰਗ ਵਾਟਰ ਟਰੀਟਮੈਂਟ। ਸੋ ਹੈਲੋਜਨ ਅੱਗੇ, 2 ਹੈਲੋਜਨਸ ਆਰ employed as antimicrobial iodine and chloride. Iodine is commonly used as antiseptic agents all microbe or fungi virus। ਇਹਦੇ ਵਿੱਚ ਜਿਹੜੇ ਹੈਲੋਜਨਸ ਦੋ ਜਿਹੜੇ ਆ ਪਾਏ ਜਾਂਦੇ ਆ ਕੈਮੀਕਲਸ, ਉਹਦੇ ਵਿੱਚ ਜਿਹੜੇ ਆਇਓਡੀਨ ਹੈਗੀ ਆ ਉਹਨੂੰ ਆਪਾਂ ਕਾਮਨਲੀ ਯੂਜ਼ ਕਰਦੇ ਹਾਂ ਐਂਟੀਸੈਪਟਿਕ, ਠੀਕ ਹੈ। ਫਾਰਮੈਲਡੀਹਾਈਡ, ਇਟ ਯੂਜ਼ਡ ਐਜ਼ ਅ ਡਿਸਇਨਫੈਕਸ਼ਨ ਫॉर ਬੋਥ ਲਿਕੁਇਡ ਐਂਡ ਗੈਸਿਸ ਸਟੇਟ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਪਿੱਛੇ ਦੱਸਿਆ ਸੀ ਵੀ ਜਿਹੜੀਆਂ ਕੁਛ ਗੈਸਿਸ ਹੈਗੀਆਂ ਆਪਾਂ ਉਹਨਾਂ ਨੂੰ ਯੂਜ਼ ਕਰਦੇ ਹਾਂ ਡਿਸਇਨਫੈਕਟ ਐਜ਼ ਏ। ਇਟ ਇਜ਼ ਸੋਲਿਡ ਐਂਡ ਯੂਜ਼ਡ ਵਾਟਰ ਬੇਸਡ ਸੋਲੂਸ਼ਨ ਕਾਲਡ ਫਾਰਮਾਲੇਨ ਵਿਚ ਇਜ਼ 37% ਫਾਰਮੈਲਡੀਹਾਈਡ ਬਾਈ ਵੇਟ। ਮਤਲਬ ਕਿ
ਅਕੋਰਡਿੰਗ ਟੂ ਵੇਟ ਆਪਾਂ ਇਹਨਾਂ ਨੂੰ ਸੋਲੂਸ਼ਨ ਨੂੰ ਯੂਜ਼ ਕਰਦੇ ਹਾਂ। ਸੋ ਬੱਚੋ ਇਹ ਹੀ ਸਾਰੇ ਮੈਥਡ। ਹੁਣ ਨੈਕਸਟ ਹੈਗਾ ਯੂਸਸ ਆਫ ਡਿਸਇਨਫੈਕਟੈਂਟ। ਕਿਹੜੀਆਂ ਮਤਲਬ ਯੂਸਸ ਹੈਗੀਆਂ ਵਾ ਉਹਦੇ ਵਿੱਚ? ਡਿਸਇਨਫੈਕਟੈਂਟ ਦੇ ਕਿਚਨ, ਬਾਇਓਲੋਜੀਕਲ ਲੈਬੋਰਟਰੀਜ਼, ਹੌਸਪੀਟਲਸ, ਫਾਰਮਾਥੈਟੀਕਲ ਇੰਡਸਟਰੀ, ਬੇਵਰੇਜ ਇੰਡਸਟਰੀ, ਡੇਅਰੀ ਇੰਡਸਟਰੀ, ਫੂਡ ਇੰਡਸਟਰੀ, ਹੈਂਡ ਵਾਸ਼, ਫਲੋਰ, ਬਾਥਰੂਮ। ਮਤਲਬ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਆਪਾਂ ਨੂੰ ਡਿਸਇਨਫੈਕਟ ਕਰਕੇ ਰੱਖਣੀਆਂ ਚਾਹੀਦੀਆਂ ਨੇ। ਵੇਖੋ ਕਿਚਨ ਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਦੱਸ ਦਿੰਦੀ ਹਾਂ ਥੋੜ੍ਹੇ। ਜਿੱਦਾਂ ਕਿਚਨ ਦੇ ਵਿੱਚ ਆਪਾਂ ਖਾਣਾ ਬਣਾਉਂਦੇ ਹਾਂ, ਅਤੇ ਜੇ ਸਾਡੀ ਕਿਚਨ ਸਾਫ਼ ਸੁਥਰੀ ਨਹੀਂ ਹੋਏਗੀ ਤਾਂ ਆਪਾਂ ਖਾਣਾ ਵੀ ਤਾਂ ਗੰਦਾ ਹੀ ਸਾਡਾ ਬਣਦਾ ਹੋਏਗਾ ਨਾ, ਤਾਂ ਉਹਨੂੰ ਅਸੀਂ ਖਾਵਾਂਗੇ ਤਾਂ ਕਿੰਨੀਆਂ ਜਾਣੀਆਂ ਜਿਹੜੀਆਂ ਪ੍ਰੋਬਲਮਸ ਆ ਜਿਹੜੀਆਂ ਕਿਚਨ ਤੋਂ ਆਪਣੇ ਖਾਣੇ ਤੋਂ ਕਾਜ਼ ਹੁੰਦੀਆਂ ਨੇ। ਸੋ ਕਿਚਨ ਸਾਡੀ ਸਾਫ਼ ਸੁਥਰੀ ਹੋਣੀ ਚਾਹੀਦੀ ਆ, ਫਲੋਰ ਸਾਫ਼ ਸੁਥਰੇ ਹੋਣੇ ਚਾਹੀਦੇ ਆ, ਬਾਰ ਆਪਣੇ ਹੈਂਡ ਵਾਸ਼ ਕਰੋ। ਹੌਸਪੀਟਲਸ ਮੋਸਟਲੀ ਜਿੱਥੇ ਆਲਰੇਡੀ ਪੇਸ਼ੈਂਟ ਜਿਹੜੇ ਆ ਇਨਫੈਕਸ਼ਨ ਆਉਂਦੇ ਆ, ਬਿਮਾਰੀਆਂ ਵਾਲੇ ਆਉਂਦੇ ਆ, ਅਤੇ ਉੱਥੇ ਪ੍ਰੋਪਰ ਜਿਹੜਾ ਸਾਫ਼ ਸਫਾਈ ਹੋਣੀ ਚਾਹੀਦੀ ਆ। ਸੋ ਨੈਕਸਟ ਹੈਗਾ ਪ੍ਰੋਪਰਟੀਜ਼ ਆਫ ਡਿਸਇਨਫੈਕਟੈਂਟ। ਇਟ ਸ਼ੁੱਡ ਬੀ ਨੋਨ ਕਰੋਸਿਵ, ਇਨਐਕਸਪੈਂਸਿਵ ਐਂਡ ਇਫੈਕਟਿਵ ਹੋਣੀ ਚਾਹੀਦੀ ਹੈ। ਜ਼ਿਆਦਾ ਮਹਿੰਗੀਆਂ ਨਹੀਂ ਹੋਣੀਆਂ ਚਾਹੀਦੀਆਂ, ਅਲਰਜੀ ਵਾਲੀਆਂ ਨਹੀਂ ਹੋਣੀਆਂ ਚਾਹੀਦੀਆਂ, ਅਤੇ ਇਫੈਕਟਿਵ ਹੋਣੀਆਂ ਚਾਹੀਦੀਆਂ ਵਾ। ਇਟ ਸ਼ੁੱਡ ਬੀ ਬਰੋਡ ਸਪੈਕਟਰਮ ਐਂਡ ਸ਼ੁੱਡ ਨਾਟ ਕਾਜ਼ ਟੈਰੀਟੇਸ਼ਨ ਆਫ ਐਨੀ ਆਬਜੈਕਟ ਵਿਚ ਇਜ਼ ਅਪਲਾਈਡ। ਕਿਸੇ ਵੀ ਜੇ ਆਪਾਂ ਉਹਨੂੰ ਕਿਸੇ ਕੋਜ਼ 'ਤੇ ਕਿਸੇ ਚੀਜ਼ 'ਤੇ ਆਈਟਮ 'ਤੇ ਅਪਲਾਈ ਕਰਦੇ ਹਾਂ ਤਾਂ ਉੱਤੇ ਸਾਈਡ ਇਫੈਕਟ ਇਹਦੇ ਘੱਟ ਹੋਣੇ ਚਾਹੀਦੇ ਆ। ਹਾਰਮਫੁੱਲ ਨਹੀਂ ਹੋਣੀ ਚਾਹੀਦੀਆਂ ਐਨੀਮਲਸ ਵਾਸਤੇ ਤੇ ਹਿਊਮਨ ਬੀਇੰਗ ਵਾਸਤੇ। ਪਲੈਜ਼ੈਂਟ ਹੋਣੀ ਚਾਹੀਦੀ ਹੈ, ਇਹਦੀ ਸਮੈਲ ਜਿਹੜੀ ਹੈ ਜ਼ਿਆਦਾ ਤਿੱਖੀ ਨਹੀਂ ਹੋਣੀ ਚਾਹੀਦੀ, ਪਲੈਜ਼ੈਂਟ ਸਮੈਲ ਹੋਣੀ ਚਾਹੀਦੀ ਆ। ਇਟ ਮਸਟ ਵੀ ਵਾਟਰ ਸੋਲੂਬਲ ਹੋਣੀ ਚਾਹੀਦੀਆਂ ਅਤੇ ਸੇਫ ਫॉर ਡੇਲੀ ਯੂਜ਼। ਮਤਲਬ ਕਿ ਡੇਲੀ ਆਪਾਂ ਜਿਹੜੇ ਯੂਜ਼ ਕਰਦੇ ਹਾਂ ਉਹਨਾਂ ਵਾਸਤੇ ਅਤੇ ਸੇਫ ਹੋਣੀਆਂ ਚਾਹੀਦੀਆਂ। ਜਿੱਦਾਂ ਆਮ ਹੀ ਆਪਾਂ ਜਿਹੜੇ ਆ ਲਾਈਜ਼ੋਲ, ਡਟੋਲ ਵਗੈਰਾ ਯੂਜ਼ ਕਰਦੇ ਹਾਂ। ਇਟ ਸ਼ੁੱਡ ਨਾਟ ਕੋਜ਼ ਐਨੀ ਕਾਈਂਡ ਆਫ ਪੋਲਿਊਸ਼ਨ, ਅਤੇ ਕਿਸੇ ਵੀ ਤਰ੍ਹਾਂ ਦਾ ਇਹਨਾਂ ਤੋਂ ਪੋਲਿਊਸ਼ਨ ਜਿਹੜਾ ਕੋਜ਼ ਨਹੀਂ ਹੋਣਾ ਚਾਹੀਦਾ। ਸੋ ਬੱਚਿਓ ਇਹ ਸੀ ਸਾਰੀਆਂ ਆਪਾਂ ਅੱਜ ਦਾ ਪੜ੍ਹਿਆ ਵੀ ਕਿੱਦਾਂ ਡਿਸਇਨਫੈਕਟ ਕਰਨਾ ਵਾ ਚੀਜ਼ਾਂ ਨੂੰ ਹੋਮ ਸੈਟਿੰਗ ਦੇ ਵਿੱਚ ਰਹਿ ਕੇ, ਅਤੇ ਕਿੱਦਾਂ ਆਪਾਂ ਸਾਰੇ ਜਿਹੜੇ ਆ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸੋ ਇੱਕ ਵਾਰ ਮੈਂ ਤੁਹਾਨੂੰ ਕਰਕੇ ਦੱਸ ਦਿੰਦੀ ਹਾਂ ਬੈਕ ਕਰਕੇ ਵੀ ਆਪਾਂ ਕੀ ਪੜ੍ਹਿਆ। ਆਈ ਹੋਪ ਸੋ ਕਿ ਤੁਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਪ੍ਰੈਜੈਂਟੇਸ਼ਨ ਨੂੰ ਸੁਣਿਆ ਹੋਏਗਾ, ਸਮਝਿਆ ਹੋਏਗਾ, ਔਰ ਇਹਨਾਂ ਚੀਜ਼ਾਂ ਦਾ ਫੋਲੋ ਵੀ ਕਰੋਗੇ। ਠੀਕ ਆ। ਸਭ ਤੋਂ ਪਹਿਲਾਂ ਆਪਾਂ ਬੱਚੇ ਪੜ੍ਹਿਆ ਸੀ ਵੀ ਮਾਈਕਰੋ ਆਰਗੈਨਿਜ਼ਮਸ ਹੁੰਦੇ ਕੀ ਆ, ਜਾਂ ਕਿੱਥੋਂ ਕੀ ਟਰਮ ਹੈਗੀ ਆ ਇਹਨਾਂ ਨੂੰ ਸਟੱਡੀ ਕਰਨ ਵਾਸਤੇ। ਸੋ ਇਹ ਕਿੱਥੋਂ ਮਿਲਦੇ ਆ। ਠੀਕ ਆ। ਬੈਕਟੀਰੀਆ ਕੀ ਹੁੰਦੇ ਨੇ, ਐਲਗੀ, ਫੰਗੀ, ਵਾਇਰਸ, ਪੈਰਾਸਾਈਟਸ, ਇਹਨਾਂ ਸਾਰਿਆਂ ਬਾਰੇ ਮੈਂ ਤੁਹਾਨੂੰ ਦੱਸਿਆ। ਕਿੱਦਾਂ ਜਿਹੜੇ ਪੈਥੋਜਨਸ ਜਿਹੜੇ ਆ ਕੋਜ਼ ਹੁੰਦੇ ਆ, ਜਾਂ ਕਿਹੜੇ ਤਰੀਕੇ ਨੇ ਜਿਨ੍ਹਾਂ ਰਾਹੀਂ ਆਪਾਂ ਕਿਸੇ ਤੋਂ ਇਨਫੈਕਸ਼ਨ ਜਿਹੜੀ ਆ ਕੈਰੀ ਕਰ ਸਕਦੇ ਹਾਂ। ਸੋ ਨੈਕਸਟ ਬੱਚੇ ਉਹ ਐਗਜ਼ਾਮਪਲਸ ਵੀ ਮੈਂ ਦਿੱਤੀਆਂ ਸੀ ਵੀ ਕਿਹੜੀਆਂ ਅੱਗੇ ਹੈਗੀਆਂ ਕਿਹੜੀਆਂ ਡਿਸੀਜ਼ ਆ ਕੋਜ਼ ਹੁੰਦੀਆਂ ਵਾ ਬੈਕਟੀਰੀਆ ਵਾਇਰਸ ਦੇ ਨਾਲ, ਏਜੰਟਸ ਉਹਨਾਂ ਦੇ ਪ੍ਰੀਵੈਂਸ਼ਨਸ ਕੀ ਨੇ, ਇਹਦੇ ਵਿੱਚ ਆਪਾਂ ਇਹ ਪੜ੍ਹਿਆ। ਐਪੀਡੈਮੋਲੋਜੀ ਟ੍ਰਾਈਐਂਗਲ ਵੀ ਤੁਹਾਨੂੰ ਮੈਂ ਦੱਸਿਆ ਵੀ ਇੱਕ ਸਾਇੰਟਿਸਟ ਨੇ ਮਾਡਲ ਜਿਹੜਾ ਸੀ ਉਹ ਬਣਾਇਆ ਸੀ ਇੱਕ ਸਮਝਣ ਵਾਸਤੇ ਕਿ ਕਿਵੇਂ ਡਿਸੀਜ਼ ਜਿਹੜੀ ਆ ਕੋਜ਼ ਹੁੰਦੀ ਹੈ ਅਤੇ ਕਿਵੇਂ ਸਪਰੈਡ ਹੁੰਦੀ ਆ। ਡਿਸਇਨਫੈਕਟਡ ਬਾਰੇ ਤੁਹਾਨੂੰ ਦੱਸਿਆ ਵੀ ਕੀ ਹੁੰਦਾ ਡਿਸਇਨਫੈਕਸ਼ਨ। ਦੋ ਤਰ੍ਹਾਂ ਦੇ ਇਹਦੇ ਵਿੱਚ ਮੈਥਡ ਯੂਜ਼ ਕੀਤੇ ਜਾਂਦੇ ਆ, ਫਿਜ਼ੀਕਲ ਅਤੇ ਕੈਮੀਕਲ। ਫਿਜ਼ੀਕਲ ਦੇ ਵਿੱਚ ਤੁਹਾਨੂੰ ਵੱਖਰੇ ਤਰੀਕੇ ਦੱਸੇ, ਕੈਮੀਕਲ ਦੇ ਵਿੱਚ ਵੱਖਰੇ ਦੱਸੇ ਕਿਹੜੀਆਂ ਯੂਸਸ ਹੈਗੀਆਂ ਡਿਸਇਨਫੈਕਟੈਂਟ ਦੀਆਂ, ਕਿੰਨਾਂ ਚੀਜ਼ਾਂ ਨੂੰ ਪ੍ਰੋਪਰਲੀ ਡਿਸਇਨਫੈਕਟ ਹੋਣਾ ਚਾਹੀਦਾ, ਪ੍ਰੋਪਰਟੀਜ਼ ਕੀ ਹੈਗੀਆਂ ਵੀ ਜ਼ਿਆਦਾ ਹਾਰਮਫੁੱਲ ਨਹੀਂ ਹੋਣੀਆਂ ਚਾਹੀਦੀਆਂ, ਪਲੈਜ਼ੈਂਟ ਸਮੈਲ ਜਿਹੜੀ ਆ ਹੋਵੇ ਇਹਨਾਂ ਦੀ ਜ਼ਿਆਦਾ, ਜਿਹੜੀ ਆ ਐਲਰਜੀਕ ਰਿਐਕਸ਼ਨ ਨਹੀਂ ਹੋਣੇ ਚਾਹੀਦੇ, ਕਿਸੇ ਕਾਈਂਡ ਦਾ ਪੋਲਿਊਸ਼ਨ ਨਹੀਂ ਹੋਣਾ ਚਾਹੀਦਾ। ਸੋ ਥੈਂਕ ਯੂ। ਆਈ ਹੋਪ ਸੋ ਕਿ ਤੁਸੀਂ ਇਹਨੂੰ ਚੈਪਟਰ ਨੂੰ ਅੱਛੀ ਤਰ੍ਹਾਂ ਸਮਝਿਆ ਹੋਏਗਾ, ਅਤੇ ਇਸ ਦੇ ਨਾਲ ਰਿਲੇਟਡ ਜੋ ਕੁਐਸਚਨ ਹੋਣਗੇ ਬੁੱਕ ਦੇ ਵਿੱਚ ਉਹਨਾਂ ਨੂੰ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਆਪਣੀ ਕਾਪੀ 'ਤੇ ਨੋਟ ਡਾਊਨ ਕਰਨਾ ਵਾ। ਥੈਂਕ ਯੂ ਵੈਰੀ ਮੱਚ ਬੱਚੇ।